स्वागत। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सीनियर जर्नलिस्ट जी भास्कर जी और इंद्रप्रीत जी, दोनों जी आया। बहुत बहुत शुक्रिया रंधावा जी। सत श्री अकाल जी। ਅੰਮ੍ਰਿਤਪਾਲ ਦੇ ਮਾਮਲੇ 'ਚ ਕਾਫੀ ਨਵੀਆਂ ਇਨਪੁਟਸ ਨੇ, ਕਾਫੀ ਨਵੀਆਂ ਜਾਣਕਾਰੀਆਂ ਨੇ, ਤੁਹਾਡੇ ਨਾਲ ਸਾਂਝੀਆਂ ਕਰਦੇ ਆ ਔਰ ਸਾਡੇ ਸਮਕਾਲੀ ਕੀ ਕਹਿ ਰਹੇ ਆ ਉਹਦੇ ਉੱਤੇ ਜਾਣਦੇ ਆ। ਦੂਜੀ ਖਬਰ ਵੀ ਅਤਿਮ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ, 5 ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੱਲ ਭਾਵੁਕ ਹੋ ਜਾਂਦੇ ਆ। ਉਹ ਪਹਿਲੀ ਵਾਰੀ ਤਸਲੀਮ ਕਰਦੇ ਆ ਕਿ ਸਾਡੇ ਕੋਲੋਂ ਗਲਤੀਆਂ ਤਾਂ ਹੋਈਆਂ, ਪਰ ਬਦਲਾਖੋਰੀ ਦਾ ਵੀ ਇੱਕ ਪੱਧਰ ਹੁੰਦਾ ਹੈ। ਉਹ ਜ਼ਿਕਰ ਤੁਹਾਡੇ ਨਾਲ ਕਰਦੇ ਆ। ਸਾਬਕਾ ਡੀਜੀਪੀ ਸਮੇਤ ਕਾਫੀ ਅਧਿਕਾਰੀਆਂ ਤੇ ਸਖਤ ਕਾਰਵਾਈ ਦੀ ਤਲਵਾਰ ਲਟਕ ਗਈ ਆ। ਸਾਬਕਾ ਚੀਫ ਸੈਕਟਰੀ ਤੇ ਕੁਝ ਨੂੰ ਰਾਹਤ ਵੀ ਦਿਸਦੀ ਆ। ਇੱਕ ਸਟੈਂਡਿੰਗ ਕਮੇਟੀ ਪਾਰਲੀਮੈਂਟ ਦੀ ਕਿਸਾਨਾਂ ਦਾ ਖੇਤਾਂ ਚੋਂ ਪਾਣੀ ਕੱਢਣਾ, ਧਰਤੀ ਹੇਠੋਂ ਪਾਣੀ ਕੱਢਣ ਦੇ ਉੱਤੇ, ਫ੍ਰੀ ਪਾਵਰ ਦੇ ਉੱਤੇ ਅੱਗ ਬਬੂਲਾ ਹੁੰਦੀ ਆ, ਰਿਪੋਰਟ ਪੇਸ਼ ਕਰਦੀ ਆ। ਕਿਸਾਨ ਰਾਮਲੀਲਾ ਗਰਾਊਂਡ ਦੇ ਵਿੱਚੋਂ ਕਾਫੀ ਗੁੱਸੇ 'ਚ ਸੀ, ਸਖਤ ਪ੍ਰਤੀਕਰਮ ਆ ਰਹੇ ਨੇ। 3 ਖਬਰਾਂ ਹੋਰ ਅੰਮ੍ਰਿਤਪਾਲ ਦੇ ਵਰਤਾਰੇ ਨਾਲ ਬੰਦੀ ਸਿੱਖਾਂ ਦੀ ਰਿਹਾਈ ਤੇ ਔਰ ਪ੍ਰਦੇਸ਼ ਤੋਂ ਬਾਹਰ ਵਸਦੇ ਸਿੱਖਾਂ ਦੇ ਜੀਵਨ ਢੰਗ ਤੇ ਅਸਰ ਪੈ ਸਕਦਾ, ਇਹ ਸਵਾਲ ਉਠਾਇਆ ਇੱਕ ਆਗੂ ਨੇ। ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਵਜ਼ੀਰ ਕਾਂਗਰਸ, ਤੇ ਉਹਨਾਂ ਦਾ ਕਹਿਣਾ ਹੈ ਕਿ ਪੁੱਛਗਿੱਛ ਵਿੱਚ ਵਿਜੀਲੈਂਸ ਠੀਕ ਨਹੀਂ ਕਰਦੀ, ਵਿਹਾਰ ਮਾੜਾ। ਹੋਰ ਪੁਲਿਸੀਆ ਵਿਹਾਰ ਕਿਹੋ ਜਿਹਾ ਲੱਭਦੇ ਹੋ ਕਾਂਗੜ ਸਾਹਿਬ? ਇਹ ਤੁਹਾਡੇ ਦੌਰ ਵੀ ਲੰਘੇ ਨੇ, ਇਹ ਕਲਚਰਲ ਦਿੱਖ ਤੁਸੀਂ ਦੇਣੀ ਸੀਗੀ, ਸੱਤਾ 'ਚ ਤੁਸੀਂ ਰਹੇ। ਤੇ ਉਧਰ ਸੁਪਰੀਮ ਕੋਰਟ ਕਹਿੰਦੀ ਸੀਲਡ ਕਵਰ ਨਹੀਂ, ਬੰਦ ਲਿਫਾਫੇ ਨਹੀਂ, ਖੋਲ ਕੇ ਲਿਆਓ। ਮਾਣਯੋਗ ਹਾਈ ਕੋਰਟ ਜੀ ਹੱਥ ਜੋੜੇ, ਉੱਥੇ ਸੀਲ ਕਵਰ ਵੀ ਪਏ ਆ, ਉਹਨਾਂ ਨੂੰ ਵੀ ਖੋਲ ਦਿਓ। ਭਾਸਕਰ ਸਾਹਿਬ, ਸਭ ਤੋਂ ਪਹਿਲਾਂ ਅੰਮ੍ਰਿਤਪਾਲ ਦੇ ਮਾਮਲੇ ਦੇ ਵਿੱਚ ਸਾਡੇ ਸਮਕਾਲੀ ਕੀ ਲਿਖ ਰਹੇ ਆ? ਵੱਖ-ਵੱਖ ਅਖਬਾਰਾਂ, ਵੱਖ-ਵੱਖ ਚੈਨਲ ਕੀ ਰਿਪੋਰਟ ਕਰ ਰਹੇ ਆ? ਜਿਹੜੀਆਂ ਬੁਲਟ ਪ੍ਰੂਫ ਜੈਕਟਸ ਤੋਂ ਲੈ ਕੇ ਬਰੇਜ਼ਾ ਗੱਡੀ ਦੇ ਵਿੱਚ ਫਰਾਰ ਹੋਣ ਤੋਂ ਲੈ ਕੇ ਵੱਖ-ਵੱਖ ਥਿਊਰੀਜ਼ ਨਾਲ ਇੱਕ ਵਾਰੀ ਸਾਂਝ ਪਵਾਓ। ਇਹ ਕਿੱਥੋਂ ਆ ਰਹੀਆਂ, ਕਿਵੇਂ ਆ ਰਹੀਆਂ, ਇਹਦੇ ਸੋਰਸ ਕੀ ਆ? ਇਹ ਵੱਖਰੀ ਗੱਲ ਆ, ਪਰ ਕਿਵੇਂ ਪਬਲਿਸ਼ ਹੋ ਰਹੀਆਂ, ਪ੍ਰਕਾਸ਼ਿਤ ਹੋ ਰਹੀਆਂ ਤੇ ਕੌਣ ਕਰ ਰਿਹਾ, ਇਹਦੇ ਨਾਲ ਤੁਹਾਡੀ ਸਾਂਝ ਪਵਾ ਦਿੰਦੇ ਆ। ਇਹਨਾਂ 'ਚ ਕਿੰਨਾ ਸੱਚ, ਕਿੰਨਾ ਝੂਠ? ਰੰਧਾਵਾ ਜੀ, ਅੰਮ੍ਰਿਤਪਾਲ ਦੀ ਜਿਹੜੀ ਚੇਜ਼ ਚੱਲ ਰਹੀ ਹੈ, ਯਾਨੀ ਪੰਜਾਬ ਪੁਲਿਸ ਉਹਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ, ਉਹ ਹਜੇ ਤੱਕ ਭਗੌੜਾ ਕਰਾਰ ਦਿੱਤਾ ਗਿਆ ਹੈ। ਉਹਨਾਂ ਤਮਾਮ ਖਬਰਾਂ ਦੇ ਉੱਤੇ ਜੇ ਅਗਰ ਅਸੀਂ ਗੱਲ ਕਰੀਏ ਅਖਬਾਰਾਂ ਦੀ, ਤੇ ਹਿੰਦੁਸਤਾਨ ਟਾਈਮਸ ਨੇ ਇੱਕ ਬੜੀ ਐਕਸਟੈਂਸਿਵ ਰਿਪੋਰਟ ਛਾਪੀ ਹੈ। ਉਸ ਰਿਪੋਰਟ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ 2022 ਦੇ ਵਿੱਚ ਸੈਪਟੈਂਬਰ ਦੇ ਮਹੀਨੇ 'ਚ ਜਦ ਅੰਮ੍ਰਿਤਪਾਲ ਪੰਜਾਬ ਦੇ ਵਿੱਚ ਆਇਆ ਸੀ, ਤਾਂ ਉਸ ਤੋਂ ਪਹਿਲੇ ਹੀ ਜਦੋਂ ਦੁਬਈ 'ਚ ਰਹਿੰਦਾ ਸੀ ਤਦ ਵੀ ਉਹਦੇ ISI ਦੇ ਨਾਲ ਕਨੈਕਸ਼ਨ ਸੀਗੇ, ਔਰ ਆਪਣੇ ਆਪ ਵਿੱਚ ਇੱਕ ਉਹਦਾ ਕਲੋਜ਼ ਐਸੋਸੀਏਟ ਉਸ ਟਾਈਮ ਵੀ ਹੁੰਦਾ ਸੀਗਾ ਅਵਤਾਰ ਸਿੰਘ ਖੰਡਾ, ਜਿਹੜਾ ਹੁਣ ਵੀ 24 ਘੰਟੇ ਅੰਮ੍ਰਿਤਪਾਲ ਦੇ ਨਾਲ ਰਹਿੰਦਾ ਸੀਗਾ। ਉਹਦੇ ਕਲੋਜ਼ ਲਿੰਕ ਸੀਗੇ ਪਰਮਜੀਤ ਸਿੰਘ ਪੰਮਾ ਦੇ ਨਾਲ, ਜਿਹੜਾ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਇੱਕ ਵੱਡਾ ਇੱਕ ਤਰੀਕੇ ਨਾਲ ਐਕਟਿਵਿਸਟ ਹੈਗਾ। ਔਰ 2022 ਤੋਂ ਲੈ ਕੇ ਅੱਜ ਤੱਕ IB ਹੋਏ, ਰਾਹ ਹੋਏ ਜਾਂ ਫਿਰ ਹੋਰ ਇੰਟਰਨੈਸ਼ਨਲ ਇਨਵੈਸਟੀਗੇਟਿੰਗ ਏਜੰਸੀਜ਼, ਉਹਨਾਂ ਸਾਰਿਆਂ ਨੇ ਅੰਮ੍ਰਿਤਪਾਲ ਦੇ ਇਹਨਾਂ ਕਲੋਜ਼ ਕਨੈਕਸ਼ਨਸ ਦੀ ਇੱਕ ਡਟ ਕੇ ਜਾਂਚ ਕੀਤੀ ਔਰ ਬਹੁਤ ਸਾਰੇ ਸਬੂਤ ਵੀ ਇਕੱਠੇ ਕੀਤੇ। ਅੰਮ੍ਰਿਤਪਾਲ ਦੀ ਹਿਸਟਰੀ ਦੀ ਗੱਲ ਕਰੀਏ, ਉਹਦੇ ਐਸੋਸੀਏਟਸ ਦੀ ਗੱਲ ਕਰੀਏ, ਉਹਦੇ ਹੈਂਡਲਰਸ ਕਿਹੜੇ ਸੀਗੇ ਪਾਕਿਸਤਾਨ ਦੇ ਵਿੱਚ ਬੈਠੇ ਹੋਏ, ਇਹਨਾਂ ਸਾਰਿਆਂ ਦੇ ਉੱਤੇ ਇੱਕ ਇਨਵੈਸਟੀਗੇਸ਼ਨ ਦੇ ਰਾਹੀਂ ਬਹੁਤ ਸਾਰੇ ਸਬੂਤ ਇਕੱਠੇ ਕੀਤੇ ਗਏ। ਫੰਡਿੰਗ ਪੈਟਰਨ ਕੀ ਸੀਗਾ, ਯਾਨੀ ਅੰਮ੍ਰਿਤਪਾਲ ਦੀ ਆ ਜਿਹੜੀ ਉਹਨਾਂ ਨੇ ਆਰਗੇਨਾਈਜੇਸ਼ਨ ਬਣਾਈ ਸੀ, ਵਾਰਿਸ ਪੰਜਾਬ ਦੇ ਮੁਖੀ ਬਣੇ ਸੀਗੇ, ਔਰ ਉਹ AAKF ਦੀ ਗੱਲ ਕਰੀਏ, ਆਨੰਦਪੁਰ ਖਾਲਸਾ ਫੌਜ ਦੀ, ਉਹਦੇ ਵਿੱਚ ਫੰਡਿੰਗ ਪੈਟਰਨ ਕੀ ਸੀ, ਇਹਦੇ ਉੱਤੇ ਵੀ ਪੂਰੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਇਹ ਐਕਸ਼ਨ ਜਿਹੜਾ ਮਾਰਚ 18 ਨੂੰ ਮਿਥਿਆ ਗਿਆ, ਉਹ ਤਦ ਮਿਥਿਆ ਸੀਗਾ। ਹੁਣ ਇਹਦੇ ਇਲਾਵਾ ਅਗਰ ਅਸੀਂ ਗੱਲ ਕਰੀਏ ਤੇ ਸੈਂਟਰਲ ਏਜੰਸੀਜ਼ ਨੇ ਪੰਜਾਬ ਗਵਰਨਮੈਂਟ ਦੇ ਨਾਲ ਮਿਲ ਕੇ ਪੂਰੀ ਇਹ ਇਨਵੈਸਟੀਗੇਸ਼ਨ ਕੀਤੀ ਸੀ, ਔਰ ਇਹਦੇ ਵਿੱਚ ਪੰਜਾਬ ਸਰਕਾਰ ਦਾ ਤੇ ਸੈਂਟਰਲ ਏਜੰਸੀਜ਼ ਦਾ ਪੂਰਾ ਕੋਆਪਰੇਸ਼ਨ ਸੀਗਾ। ਮਾਰਚ 2 ਨੂੰ ਜਿਹੜੀ ਮੀਟਿੰਗ ਹੋਈ ਸੀ ਭਗਵੰਤ ਮਾਨ ਉਹਨਾਂ ਦੀ ਤੇ ਅਮਿਤ ਸ਼ਾਹ ਉਹਨਾਂ ਦੀ, ਉਹਨਾਂ ਮੀਟਿੰਗਾਂ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਗੌਰਵ ਯਾਦਵ ਜਿਹੜੇ ਸਾਡੇ DGP ਸੀ ਉਹ ਵੀ ਗਏ ਸੀ, ਔਰ ਕੁਝ ਗੱਲਾਂ ਵੀ ਨਿਕਲ ਕੇ ਆਈ ਸੀ ਕਿ 50 ਕੰਪਨੀਆਂ ਸੂਬੇ ਨੇ ਮੰਗੀਆਂ ਔਰ 18 ਕੰਪਨੀਆਂ ਉਸੇ ਟਾਈਮ ਉਸ ਮੀਟਿੰਗ ਦੇ ਤੁਰੰਤ ਬਾਅਦ ਪੰਜਾਬ ਵੱਲ ਡਿਸਪੈਚ ਕਰ ਦਿੱਤੀ ਗਈ ਸੀ। ਯਾਨੀ ਇਹ ਵੀ ਗੱਲਾਂ ਹਿੰਦੁਸਤਾਨ ਟਾਈਮਸ ਦੀ ਇਸ ਰਿਪੋਰਟ ਤੋਂ ਸਾਹਮਣੇ ਆ ਰਹੀ ਹੈ ਕਿ ਉਸੇ ਦਿਨ ਇਹ ਐਕਸ਼ਨ ਮਿਥ ਲਿੱਤਾ ਗਿਆ ਸੀ, ਔਰ ਇੱਥੇ ਤੱਕ ਕਿ ਜਿਹੜੀ ਜੇਲ੍ਹ ਡਿਬਰੂਗੜ੍ਹ ਦੀ ਅੱਜ ਕੱਲ ਖਬਰਾਂ ਦੀ ਚਰਚਾ ਦੇ ਵਿੱਚ ਹੈ, ਇਹਦਾ ਸਿਲੈਕਸ਼ਨ ਵੀ ਉਸੇ ਟਾਈਮ ਹੋ ਗਿਆ ਸੀਗਾ ਕਿ ਕਿੱਥੇ ਭੇਜਾਂਗੇ ਜਦ ਅਰੈਸਟ ਕਰ ਲਵਾਂਗੇ। ਔਰ ਉਸ ਤੋਂ ਇਲਾਵਾ ਮਾਰਚ 2 ਨੂੰ ਜਿਹੜੀ ਮੀਟਿੰਗ ਹੁੰਦੀ ਹੈ ਅਮਿਤ ਸ਼ਾਹ ਉਹਨਾਂ ਦੀ, ਭਗਵੰਤ ਮਾਨ ਉਹਨਾਂ ਦੇ ਨਾਲ, ਉਸ ਤੋਂ ਬਾਅਦ ਗੌਰਵ ਯਾਦਵ ਉਹਨਾਂ ਸੈਂਟਰਲ ਏਜੰਸੀਜ਼ NIA ਹੋਏ, ਰਾਹ ਹੋਏ ਜਾਂ ਹੋਰ ਏਜੰਸੀਜ਼ ਦੇ ਨਾਲ ਇੱਕ ਮੀਟਿੰਗ ਕਰਦੇ ਨੇ ਤੇ ਇਸ ਆਪਰੇਸ਼ਨ ਦੀ ਪੂਰੀ ਤਿਆਰੀ ਕਰਦੇ ਨੇ। ਔਰ ਜਿਸ ਤਰ੍ਹਾਂ ਉਹਨਾਂ ਦਿਨਾਂ 'ਚ ਅਸੀਂ ਕਿਹਾ ਸੀਗਾ ਕਿ 18 ਕੰਪਨੀਆਂ ਪੰਜਾਬ ਵੱਲ ਤੁਰ ਗਈਆਂ, ਜਿਹਦੇ ਵਿੱਚ ਰੈਪਿਡ ਐਕਸ਼ਨ ਫੋਰਸ ਸੀਗੀ। ਤੁਹਾਨੂੰ ਯਾਦ ਹੋਏਗਾ ਜਦ 2022 ਦੇ ਵਿੱਚ PFI ਦੇ ਖਿਲਾਫ ਐਕਸ਼ਨ ਹੋਇਆ ਸੀਗਾ,
ਤਦ ਵੀ ਜੇਲਾਂ ਬਾਹਰ ਦੀ ਸਿਲੈਕਟ ਕੀਤੀ ਗਈ ਸੀ, ਔਰ ਭਾਵੇਂ तमाम ਇੰਡੀਆ ਤੋਂ ਪੀਐਫਆਈ ਦੇ ਐਕਟਿਵਿਸਟ ਨੂੰ ਫੜਿਆ ਗਿਆ ਸੀ, ਉਹਨਾਂ ਸਾਰਿਆਂ ਨੂੰ ਦਿੱਲੀ ਲਿਆਇਆ ਗਿਆ। ਦਿੱਲੀ ਦੀ ਗੱਲ ਇਸ ਵਾਰ ਵੀ ਤੁਰੀ ਸੀ, ਪਰ ਦਿੱਲੀ ਦੇ ਵਿੱਚ ਔਰ ਪੰਜਾਬ ਦੇ ਵਿੱਚ ਕਿਉਂਕਿ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਹੈ ਤੇ ਇਹ ਮੁੱਦਾ ਇਸ ਤਰੀਕੇ ਨਾਲ ਆਊਟ ਆਫ ਪ੍ਰਪੋਰਸ਼ਨ ਜਾ ਸਕਦਾ ਸੀ। ਇਸ ਕਰਕੇ ਅਸਮ ਦੀ ਜੇਲ੍ਹ ਦਾ ਚੁਣਾਵ ਕੀਤਾ ਗਿਆ। ਬਹੁਤ ਸਾਰੇ ਲੋਕ ਸਵਾਲ ਪੁੱਛਦੇ ਨੇ ਅਸਮ ਦੀ ਜੇਲ੍ਹ ਕਿਉਂ? ਅਸਮ ਦੀ ਜੇਲ੍ਹ ਦੋ ਕਰਕੇ ਚੂਜ਼ ਕੀਤੀ ਗਈ ਹੈ। ਇੱਕ ਤਾਂ ਬੜੀ ਸੇਫ ਹੈਗੀ ਹੈ, ਔਰ ਉੱਥੇ ਸਿੱਖਾਂ ਦੀਆਂ ਪੰਜਾਬੀਆਂ ਦੀ ਪਾਪੂਲੇਸ਼ਨ ਸਿਰਫ 0.2% ਹੈਗੀ ਹੈ, ਔਰ ਦੂਰ ਇੰਨੀ ਹੈ ਕਿ ਉਹਦੇ ਵਿੱਚ ਕੋਈ ਕੈਂਪੇਨ, ਕੋਈ ਮੁਹਿੰਮ, ਕੋਈ ਪ੍ਰੋਟੈਸਟ ਅਗਰ ਪਲਾਨ ਕਰਨਾ ਹੋਏ ਤੇ ਇਹ ਜਿਹੜਾ ਪੈਂਡਾ ਹੀ ਮਾਰ ਜਾਂਦਾ। ਇਹ ਵੀ ਇੱਕ ਬੜਾ ਵੱਡੀ ਗੱਲ ਹੈਗੀ ਹੈ। ਔਰ ਉਸ ਤੋਂ ਇਲਾਵਾ ਇੰਡੀਅਨ ਐਕਸਪ੍ਰੈਸ ਦੀ ਵੀ ਇੱਕ ਰਿਪੋਰਟ ਛਪੀ ਹੈ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟਸ ਦੇ ਵਿੱਚ ਉਹਨਾਂ ਮਲਟੀਪਲ ਵਰਸ਼ਨਸ ਦੀ ਗੱਲ ਕੀਤੀ ਹੈ, ਕਿਉਂਕਿ ਪੁਲਿਸ ਦਾ ਵਰਸ਼ਨ ਹਜੇ ਤੱਕ ਇਹ ਸੀਗਾ ਕਿ 25 ਕਿਲੋਮੀਟਰ ਦੀ ਚੇਜ਼ ਤੋਂ ਬਾਅਦ ਅੰਮ੍ਰਿਤਪਾਲ ਫਰਾਰ ਹੋ ਗਿਆ। ਔਰ ਜਦ ਕਿ ਹਰਜੀਤ ਸਿੰਘ ਜਿਹੜੇ ਚਾਚਾ ਜੀ ਫੜੇ ਹੋਏ ਨੇ, ਉਹ ਕਹਿੰਦੇ ਨੇ ਵੀ ਥੋੜੇ ਟਾਈਮ ਹੀ ਪਹਿਲੇ ਚੇਜ਼ ਸ਼ੁਰੂ ਹੋਈ ਸੀ, ਔਰ ਇਸ ਚੇਜ਼ ਦੇ ਬਾਰੇ ਚ ਜਦ ਮੈਂ ਪੁਲਿਸ ਵਾਲਿਆਂ ਨੂੰ ਪੁੱਛਣ ਵਾਸਤੇ ਗਿਆ ਔਰ ਪੁੱਛਿਆ ਕਿ ਵੀ ਇਹ ਸਾਨੂੰ ਪਿੱਛਾ ਕਿਉਂ ਕਰ ਰਹੇ ਨੇ, ਤੇ ਜਦ ਮੈਂ ਵਾਪਸ ਆਇਆ ਤੇ ਅੰਮ੍ਰਿਤਪਾਲ ਉਸ ਗੱਡੀ ਦੇ ਵਿੱਚ ਨਹੀਂ ਸੀ। ਹੁਣ ਅੰਮ੍ਰਿਤਪਾਲ ਬਰੀਜ਼ਾ ਦੇ ਵਿੱਚ ਭੱਜਿਆ, ਇਹ ਵੀ ਇੱਕ ਅਖਬਾਰ ਕਹਿ ਰਹੀ ਹੈ। ਸਭ ਤੋਂ ਇੱਕ ਇੰਪੋਰਟੈਂਸ ਰੱਖਣ ਵਾਲੀ ਰਿਪੋਰਟ ਦੈਨਿਕ ਭਾਸਕਰ ਦੇ ਵਿੱਚ ਵੀ ਛਪੀ ਹੈ, ਔਰ ਦੈਨਿਕ ਭਾਸਕਰ ਦੀ ਰਿਪੋਰਟ ਦੇ ਨਾਲ ਅਗਰ ਅਸੀਂ ਇਤਫਾਕ ਰੱਖੀਏ ਤੇ 33 ਬੁਲੇਟ ਪ੍ਰੂਫ ਜੈਕਟਾਂ AKF ਦਾ ਮਾਰਕਾ ਲਾ ਕੇ ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਪਾਲ ਦੀ ਵਾਰਿਸ ਪੰਜਾਬ ਦੀ ਆਰਗੇਨਾਈਜੇਸ਼ਨ ਨੇ ਖਰੀਦੀ ਸੀ। ਔਰ ਖਰੀਦੀ ਵੀ ਕਿੱਥੋਂ ਸੀ? ਦਿੱਲੀ ਤੋਂ। ਔਰ ਦਿੱਲੀ ਤੋਂ ਕਿੱਥੋਂ ਖਰੀਦੀ ਸੀ, ਇਹਦੀ ਇਨਵੈਸਟੀਗੇਸ਼ਨ ਵੀ ਹੋ ਰਹੀ ਹੈ। ਔਰ ਜਦੋਂ ਤੋਂ ਮਾਰਚ 18 ਦਾ ਇਹ ਆਪਰੇਸ਼ਨ ਸ਼ੁਰੂ ਹੋਇਆ, 8 ਟੀਮਾਂ NIA ਦੀ ਪੰਜਾਬ ਦੇ ਵਿੱਚ ਆ ਚੁੱਕੀਆਂ, ਔਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ, ਜਿਹਦੇ ਵਿੱਚ ਅਗਰ ਅਸੀਂ ਕਹੀਏ ਤੇ ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਗੁਰਦਾਸਪੁਰ ਡਿਸਟ੍ਰਿਕਟਸ ਦੇ ਵਿੱਚ ਇਹਨਾਂ ਸਾਰੀ ਗੱਲਾਂ ਦੀ ਅੰਮ੍ਰਿਤਪਾਲ ਦੇ ਲਿੰਕਸ, ਉਹਦੇ ਕਲੋਜ਼ ਐਸੋਸੀਏਟਸ, ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਔਰ NIA ਦੀ ਟੀਮ ਨੇ ਕੁਝ ਫਾਈਨੈਂਸ ਕੰਪਨੀਆਂ ਵੀ ਜਿਹੜੀ ਆਇਡੈਂਟੀਫਾਈ ਕੀਤੀ ਹੈ, ਔਰ ਕਿੱਥੋਂ ਇਹ ਵੈਪਨ ਦੀ ਸਪਲਾਈ ਹੋਈ ਸੀ, ਯਾਨੀ ਹਥਿਆਰ ਕਿੱਥੋਂ ਆਏ ਸੀ, ਉਹਨਾਂ ਦੇ ਲਿੰਕ ਬਾਹਰ ਵਾਲੇ ਕਿਹੜੇ ਹੈਗੇ ਨੇ, ਫੰਡਿੰਗ ਕਿੱਦਾਂ ਕਿੱਥੇ ਹੋ ਕੇ ਛੋਟੀ ਮਾਤਰਾ ਦੇ ਵਿੱਚ ਕਿਹਨਾਂ ਅਕਾਊਂਟਾਂ ਦੇ ਰਾਹੀਂ ਅੰਮ੍ਰਿਤਪਾਲ ਕੋਲ ਪਹੁੰਚਦੀ ਸੀ, ਇਹਦੀ ਵੀ ਇਨਵੈਸਟੀਗੇਸ਼ਨ ਪੂਰੀ ਡਟ ਕੇ ਚੱਲ ਰਹੀ ਹੈ। 458 ਸਪੋਰਟਰਸ, ਜਿਹੜੇ ਸਪੋਰਟਰਸ ਕਹੀਏ ਜਾਂ ਅੰਮ੍ਰਿਤਪਾਲ ਦੇ ਨਾਲ ਤਕਰੀਬਨ ਹਮੇਸ਼ਾ ਰਹਿੰਦੇ ਸੀਗੇ, ਉਹਨਾਂ ਨੂੰ ਆਇਡੈਂਟੀਫਾਈ ਕਰ ਲਿਆ। ਇਹਨਾਂ ਨੂੰ A, B, C ਕੈਟਾਗਰੀ ਦੇ ਵਿੱਚ ਵੰਡਿਆ। A ਕੈਟਾਗਰੀ ਦੇ ਵਿੱਚ ਤਕਰੀਬਨ 142 ਸਪੋਰਟਰ ਹੈਗੇ ਨੇ। ਉਹ 142 ਸਪੋਰਟਰ ਉਹ ਨੇ ਜਿਹੜੇ 24 ਘੰਟੇ ਅੰਮ੍ਰਿਤਪਾਲ ਦੇ ਨਾਲ ਰਹਿੰਦੇ ਸੀ, ਔਰ 213 B ਕੈਟਾਗਰੀ ਦੇ ਜਿਹੜੇ ਫਾਈਨੈਂਸ ਦਾ ਜੁਗਾੜ ਕਰਦੇ ਸੀ। ਫਾਈਨੈਂਸ ਕਿੱਥੋਂ ਘੁੰਮ ਕੇ ਕਿੱਥੇ ਪਹੁੰਚਣਾ ਹੈ ਤੇ ਕਿੱਥੇ ਖਰਚਣਾ ਹੈ। ਇਹਦੇ ਵਿੱਚ 213 ਬੰਦਿਆਂ ਦੀ ਅਨੰਦਪੁਰ ਖਾਲਸਾ ਫੌਜ ਦੇ ਬੰਦੇ ਲੱਗੇ ਹੋਏ ਸੀ। ਔਰ ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਜਿਸ ਤਰ੍ਹਾਂ ਮੈਂ ਪਹਿਲੇ ਵੀ ਕਹਿ ਚੁੱਕਿਆ ਕਿ 6 ਫਾਈਨੈਂਸ ਕੰਪਨੀਆਂ NIA ਦੀ ਟੀਮ ਨੇ ਆਇਡੈਂਟੀਫਾਈ ਕੀਤੀ ਹੈ। ਔਰ 2 ਹਵਾਲਾ ਕਾਰੋਬਾਰੀ, ਵੱਡੇ ਹਵਾਲਾ ਕਾਰੋਬਾਰੀ ਸਾਡੇ ਜਲੰਧਰ ਦੇ, ਉਹ ਵੀ ਆਇਡੈਂਟੀਫਾਈ ਕੀਤੇ ਨੇ, ਤੇ ਉਹਨਾਂ ਦੇ ਨਾਲ ਵੀ ਇਹ ਪੁੱਛਗਿੱਛ ਚੱਲ ਰਹੀ ਹੈ। NIA ਦੀ ਟੀਮ ਸਪੈਸ਼ਲੀ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਹ ਦੈਨਿਕ ਭਾਸਕਰ ਦੀ ਰਿਪੋਰਟ ਕਹਿੰਦੀ ਹੈ। ਹੁਣ 9 ਸਟੇਟਾਂ ਦੇ ਵਿੱਚ ਰੈੱਡ ਅਲਰਟ ਘੋਸ਼ਿਤ ਕਰ ਦਿੱਤਾ ਗਿਆ ਹੈ, ਕਿਉਂਕਿ ਅੰਮ੍ਰਿਤਪਾਲ ਦੇ ਸਪੋਰਟਰਸ 9 ਸੂਬਿਆਂ ਦੇ ਵਿੱਚ ਫੈਲੇ ਹੋਏ ਨੇ। ਉਹਨਾਂ ਸਾਰੇ ਸੂਬਿਆਂ ਦੇ DGPs ਨੂੰ, ਮੁੱਖ ਮੰਤਰੀਆਂ ਨੂੰ ਇਹ ਮੈਸੇਜ ਭੇਜ ਦਿੱਤਾ ਗਿਆ ਹੈ ਕਿ ਤੁਸੀਂ ਖਾਸ ਤੌਰ ਤੇ ਇਹਨਾਂ ਲੋਕਾਂ ਦੀ ਇੱਕ ਲਿਸਟ ਵੀ ਫੜਾਈ ਗਈ ਹੈ, ਇਹਨਾਂ ਲੋਕਾਂ ਦੀ ਇਨਵੈਸਟੀਗੇਸ਼ਨ ਕਰਕੇ ਇਹਦੇ ਉੱਤੇ ਹੱਥ ਪਾਓ। 13 ਜੇਲ੍ਹ ਹੋਰ ਆਇਡੈਂਟੀਫਾਈ ਕਰ ਲਈ ਹੈ। ਡਿਬਰੂਗੜ੍ਹ ਦੀ ਗੱਲ 2 ਵਾਰ ਆਈ ਹੈ, ਯਾਨੀ ਡਿਬਰੂਗੜ੍ਹ ਪਹਿਲੇ 4 ਭੇਜੇ ਸੀ, ਹੁਣ 6 ਹੋਰ ਭੇਜਣ ਦੀ ਤਿਆਰੀ ਹੈ, ਔਰ ਚਾਚਾ ਜੀ ਵੀ ਹੁਣ ਪਹੁੰਚ ਗਏ ਨੇ ਉੱਥੇ। ਤੇ ਉਸ ਤੋਂ ਇਲਾਵਾ 13 ਜੇਲ੍ਹ ਹੋਰ ਆਇਡੈਂਟੀਫਾਈ ਕੀਤੀ ਹੈ ਪੰਜਾਬ ਜਾਂ ਕੇਂਦਰੀ ਏਜੰਸੀਜ਼ ਨੇ, ਜਿੱਥੇ ਅੱਗੇ ਚੱਲ ਕੇ ਅੰਮ੍ਰਿਤਪਾਲ ਦੇ ਸਪੋਰਟਰਸ ਨੂੰ ਫੜ ਕੇ ਭੇਜਿਆ ਜਾਏਗਾ। ਔਰ ਜਿੰਨੇ ਵੀ ਅੱਜ ਤੱਕ ਫੜੇ ਨੇ ਜਾਂ ਡਿਬਰੂਗੜ੍ਹ ਭੇਜੇ ਨੇ, ਉਹ 5 ਦੇ ਖਿਲਾਫ ਇਨਕਲੂਡਿੰਗ ਚਾਚਾ ਜੀ NSA ਲਾ ਦਿੱਤੀ ਗਈ ਹੈ। ਔਰ ਜਦ ਇਸ ਸਵਾਲ ਦੇ ਉੱਤੇ ਸੁਖਚੈਨ ਸਿੰਘ ਗਿੱਲ ਪ੍ਰੈਸ ਕਾਨਫਰੰਸ ਕਰ ਰਹੀ ਸੀ ਕੱਲ, ਹਾਲਾਂਕਿ ਉਹ ਇਸ ਗੱਲ ਤੋਂ ਸਿੱਧੇ ਤੌਰ ਤੇ ਨਹੀਂ ਕਹਿ ਰਹੇ ਸੀ, ਪਰ ਉਹਨਾਂ ਦੀ ਗੱਲਾਂ ਤੋਂ ਇਹ ਗੱਲ ਸਾਫ਼ ਸੀ ਕਿ ਅੰਮ੍ਰਿਤਪਾਲ ਵੀ ਜਦ ਫੜਿਆ ਜਾਏਗਾ, ਜੇ ਉਹਨਾਂ ਦੇ ਪਹਿਲੇ ਫੜੇ ਹੋਏ ਲੋਕਾਂ ਦੇ ਖਿਲਾਫ ਜਾਂ ਉਹਨਾਂ ਦੇ ਬੰਦਿਆਂ ਦੇ ਖਿਲਾਫ ਅਗਰ NSA ਲਾਈ ਹੈ, ਤੇ ਵਾਜਿਬ ਹੈ ਕਿ ਅੰਮ੍ਰਿਤਪਾਲ ਦੇ ਖਿਲਾਫ NSA ਤੇ ਲਾਈ ਹੀ ਜਾਏਗੀ। ਹੁਣ NSA ਹੀ ਕਿਉਂ ਲਾਈ ਜਾ ਰਹੀ ਹੈ? NSA ਦੇ ਵਿੱਚ ਕਿਸੇ ਵੀ ਸਟੇਟ ਦੇ ਵਿੱਚ ਕੋਈ ਵੀ ਆਰੋਪੀ ਫੜਿਆ ਜਾਂਦਾ ਹੈ, ਉਹਨੂੰ ਕਿਸੇ ਵੀ ਦੂਜੇ ਸੂਬੇ ਦੇ ਵਿੱਚ ਜੇਲ੍ਹਾਂ ਦੇ ਵਿੱਚ ਭੇਜਿਆ ਜਾ ਸਕਦਾ ਹੈ। ਔਰ ਇਹਦੀ ਗੱਲ ਵੀ ਜਿਹੜੇ ਅਸਮ ਦੇ ਮੁੱਖ ਮੰਤਰੀ ਹੈ, ਉਹਨਾਂ ਦੇ ਨਾਲ ਵੀ ਇਸ ਮੁੱਦੇ ਦੇ ਉੱਤੇ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅੰਮ੍ਰਿਤਪਾਲ ਦੇ ਸਮਰਥਕ ਜਾਂ ਅੰਮ੍ਰਿਤਪਾਲ ਨੂੰ ਭੇਜਿਆ ਜਾਣਾ ਹੈ, ਇਹਦੀ ਗੱਲ ਵੀ ਪਹਿਲੇ ਹੀ ਅਮਿਤ ਸ਼ਾਹ ਉਹਨਾਂ ਦੀ ਹੋ ਚੁੱਕੀ ਸੀ। ਫਾਰਮੈਲਿਟੀ ਦੇ ਤੌਰ ਤੇ 18 ਤਰੀਕ ਤੋਂ ਇੱਕ ਦਿਨ ਪਹਿਲੇ ਡਿਬਰੂਗੜ੍ਹ ਜਾਂ ਅਸਾਮ ਦੇ ਮੁੱਖ ਮੰਤਰੀ ਨਾਲ
ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਵੀ ਹੁੰਦੀ ਹੈ, ਉਹ ਇੱਕ ਫਾਰਮਲ ਰਿਕੁਐਸਟ ਲੈਟਰ ਭੇਜਿਆ ਜਾਂਦਾ ਕਿ ਅਸੀਂ ਆਪਣੇ ਬੰਦੇ ਭੇਜ ਰਹੇ ਹਾਂ, ਹੋ ਸਕਦਾ ਤਾਦਾਦ ਵੱਡੀ ਹੋਏ ਤੇ ਤੁਸੀਂ ਆਪਣੀ ਜੇਲ੍ਹਾਂ ਦੇ ਵਿੱਚ ਇੰਤਜ਼ਾਮ ਵੀ ਕਰੋ। ਔਰ ਆਸਾਮ ਦੇ ਮੁੱਖ ਮੰਤਰੀ ਚੇਚੇ ਤੌਰ ਤੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਾਂਦੇ ਨੇ, ਇੰਸਪੈਕਸ਼ਨ ਕਰਦੇ ਨੇ, ਉੱਥੇ ਦੇ ਡੀਜੀਪੀ ਵੀ ਜਾਂਦੇ ਨੇ ਕਿ ਅੱਗੇ ਚੱਲ ਕੇ ਅਗਰ ਐਦਾਂ ਦੇ ਕੈਦੀਆਂ ਦੀ ਤਾਦਾਦ ਵੱਧ ਗਈ ਤੇ ਕਿਸ ਤਰੀਕੇ ਨਾਲ ਸੁਰੱਖਿਆ ਦੇ ਪ੍ਰਬੰਧ ਕਰ ਰਹੇ ਨੇ। ਇਹਦੇ ਵਿੱਚ ਜਿਹੜੀ ਤੁਸੀਂ ਅਮਿਤ ਸ਼ਾਹ ਦੀ ਅਸਾਮ ਦੇ ਮੁੱਖ ਮੰਤਰੀ ਨਾਲ ਹੋਈ ਗੱਲ, ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਸਾਮ ਦੇ ਮੁੱਖ ਮੰਤਰੀ ਨਾਲ ਗੱਲ ਹੋਈ, ਇਹ ਕਿਧਰੇ ਰਿਪੋਰਟ ਹੋਈ ਹੈ? ਔਰ ਦੂਜੀ ਗੱਲ, ਹਿੰਦੁਸਤਾਨ ਟਾਈਮਸ ਦੀ ਰਿਪੋਰਟ ਹੈਗੀ ਹੈ, ਹਿੰਦੁਸਤਾਨ ਟਾਈਮਸ ਦੇ ਵਿੱਚ ਲਿਖੀ ਹੈ। ਕੀ ਉੱਥੋਂ ਦੇ ਮੁੱਖ ਮੰਤਰੀ ਡਿਬੜੂਗੜ੍ਹ ਜੇਲ੍ਹ ਦਾ ਇਨਸਪੈਕਸ਼ਨ ਕਰਨ ਗਏ? ਇਹ ਵੀ ਲਿਖਿਆ ਹੋਇਆ। ਜੀ ਜੀ ਹਾਂ, ਇਹਦੇ ਚ ਮੈਂ ਇੰਦਰਪ੍ਰੀਤ ਜੀ ਇਹ ਜ਼ਿਕਰ ਜ਼ਰੂਰ ਕਰਨਾ ਚਾਹੂੰਗਾ ਕਿ ਕਿਸੇ ਵੇਲੇ ਯੂਨਾਈਟਿਡ ਲਿਬਰੇਸ਼ਨ ਫਰੰਟ ਆਫ ਅਸਾਮ, ਉਲਫਾ ਜਿਹਨੂੰ ਕਹਿੰਦੇ ਆ, ਉਹ ਵੀ ਬੜੀ ਸਰਗਰਮ ਰਹੀ, ਕਿਉਂਕਿ ਉਹਨਾਂ ਲੋਕਾਂ ਨੂੰ ਇੱਥੇ ਰੱਖਿਆ ਗਿਆ ਸੀਗਾ। ਇਹਨੂੰ ਸਿਕਿਉਰਿਟੀ ਜੇਲ੍ਹ ਜਿਵੇਂ ਸਾਡੇ ਨਾਭੇ ਦੇ ਵਿੱਚ ਹੈ, ਜਿਵੇਂ ਤਿਹਾੜ ਹੈ, ਇਸੇ ਤਰ੍ਹਾਂ ਡਿਬੜੂਗੜ੍ਹ ਨੂੰ ਵੀ ਉਸ ਤਰੀਕੇ ਨਾਲ ਤਿਆਰ ਮੰਨਿਆ ਜਾਂਦਾ ਹੈ, ਤੇ ਸ਼ਾਇਦ ਇਸੇ ਕਰਕੇ ਇਹਨੂੰ ਚੁਣਿਆ ਗਿਆ। ਦੂਜੀ ਗੱਲ, ਜਿਨ੍ਹਾਂ ਤੇ NSA ਲੱਗਦੀ ਹੈ ਉਹਨਾਂ ਨੂੰ ਤੁਰੰਤ ਕਿਸੇ ਅਦਾਲਤ ਵਿੱਚ ਪੇਸ਼ ਕਰਨ ਦੀ ਲੋੜ ਨਹੀਂ ਪੈਂਦੀ। ਮੈਨੂੰ ਲੱਗਦਾ ਹੈ ਕਿ ਕਾਫੀ ਰਸਤੇ ਭੈੜੇ ਵੱਟੇ ਗਏ ਆ। ਮੈਂ ਹੁਣ ਚਾਹੂੰਗਾ ਕਿ ਜਿਵੇਂ ਭਾਸਕਰ ਸਾਹਿਬ ਨੇ ਸਾਡੇ ਸਮਕਾਲੀਆਂ ਨੂੰ ਰਿਪੋਰਟ ਕੀਤਾ, ਪਰ ਜਿਸ ਤਰੀਕੇ ਨਾਲ ਇਹ ਇਨਵੈਸਟੀਗੇਸ਼ਨ ਹੋ ਰਹੀ ਹੈ, ਜਿਸ ਤਰੀਕੇ ਨਾਲ ਮੀਡੀਆ ਟ੍ਰਾਇਲ ਵੀ ਹੋ ਰਿਹਾ, ਇਹ ਮੀਡੀਆ ਟ੍ਰਾਇਲ ਦੇ ਵਿੱਚ ਉਹ ਸੋਰਸ ਕੀ ਆ ਕੋਈ ਕਿਸੇ ਨੂੰ ਨਹੀਂ ਪੁੱਛ ਸਕਦਾ, ਕਿਉਂਕਿ ਸੋਰਸ ਕਦੇ ਵੀ ਨਹੀਂ, ਲੇਕਿਨ ਬਹੁਤੀਆਂ ਖਬਰਾਂ ਜਿਹੜੀਆਂ ਉਹ ਪੁਲਿਸ ਫੋਰਸਸ ਤੋਂ ਆਉਂਦੀਆਂ ਨੇ, ਉਸ ਤਰ੍ਹਾਂ ਦੇ PR ਹੁੰਦੇ ਨੇ ਸਾਰੇ ਇਸ ਮੌਕਿਆਂ ਦੇ ਉੱਤੇ। ਸੋ ਤੁਸੀਂ ਕਿਉਂਕਿ ਚੰਡੀਗੜ੍ਹ ਦੇ ਵਿੱਚ ਬੈਠੇ ਹੋ ਤੇ ਚੰਡੀਗੜ੍ਹ ਦੀ ਸਰਗਰਮੀ ਆਮ ਤੌਰ ਤੇ ਇਹਨਾਂ ਮਾਮਲਿਆਂ 'ਚ ਅਹਿਮ ਹੁੰਦੀ ਆ, ਸੋ ਗੱਲ ਤੋਰੋ ਜ਼ਰਾ। ਰੰਧਾਵਾ ਸਾਹਿਬ, ਜਿਸ ਤਰ੍ਹਾਂ ਦਾ ਆਪਰੇਸ਼ਨ ਚੱਲਿਆ ਹੈਗਾ, ਉਹ ਪਹਿਲਾਂ ਲੱਗ ਰਿਹਾ ਸੀਗਾ ਜਿਵੇਂ ਕਿ ਪੰਜਾਬ ਪੁਲਿਸ ਨੇ ਇਹ ਰੇਡ ਕੀਤੀਆਂ ਨੇ। ਹੁਣ ਉਹ ਲੱਗਦਾ ਕਿ ਠੀਕ ਹੈ, ਰੇਡ ਤਾਂ ਪੁਲਿਸ ਨੇ ਕੀਤੀਆਂ, ਪਰ ਇਹਨੂੰ ਕੰਟਰੋਲ ਪੁਲਿਸ ਨਹੀਂ, ਪੰਜਾਬ ਪੁਲਿਸ ਨਹੀਂ ਕਰ ਰਹੀ ਹੈ, ਇਹ NIA ਹੀ ਕਰ ਰਹੀ ਹੈ। ਤੁਸੀਂ ਦੇਖੋ ਸਾਰਿਆਂ ਦੇ ਉੱਤੇ ਜਿਹੜਾ ਰਾਸ਼ਟਰੀ ਸੁਰੱਖਿਆ ਅਧਿਨਿਯਮ ਲਾਇਆ ਨਾ, NSA ਲਾਇਆ, ਉਹਦਾ ਮਤਲਬ ਹੀ ਇਹ ਹੈ ਕਿ ਉਹ ਜਿਹੜਾ ਹੈਗਾ ਉਹਨੂੰ ਦੂਜੀਆਂ ਸਟੇਟਾਂ ਤੱਕ ਭੇਜੇਗਾ। ਅਦਰਵਾਈਜ਼ ਤਾਂ ਇਸ ਪੰਜਾਬ ਪੁਲਿਸ ਬਹੁਤ ਘੱਟ ਯੂਜ਼ ਕਰਦੀ ਹੈ ਇਸ ਨੂੰ। ਮਤਲਬ ਮੈਂ ਨਹੀਂ ਕਦੀ ਦੇਖਿਆ ਕਿ ਪੰਜਾਬ ਪੁਲਿਸ ਨੇ ਕਦੀ NSA ਮਤਲਬ ਇਸ ਤਰ੍ਹਾਂ ਇੰਨੀ ਵੱਡੀ ਤਾਦਾਦ 'ਚ ਇਸ ਤਰ੍ਹਾਂ ਦਾ ਆਪਰੇਸ਼ਨਸ 'ਚ ਲਗਾਇਆ ਹੋਵੇ। ਸਾਫ਼ ਹੈ ਕਿ NIA ਦਾ ਆਪਰੇਸ਼ਨ ਹੈ ਸਾਰਾ, ਇਹ ਯੂਜ਼ ਪੁਲਿਸ ਨੂੰ ਕੀਤਾ ਜਾ ਰਿਹਾ ਹੈ, ਕਿਉਂਕਿ ਸਟੇਟ ਪੁਲਿਸ ਨੇ ਹੀ ਸਾਰਾ ਇਹ ਕਰਨਾ ਹੈ। ਤੇ ਹੁਣ ਬਸ ਉਹਨਾਂ ਦਾ ਕੰਮ ਇੱਥੇ ਤੱਕ ਹੀ ਸੀ। ਮੈਨੂੰ ਲੱਗਦਾ ਜਿਨ੍ਹਾਂ ਨੇ ਫੜਨਾ ਸੀ ਫੜਾਤਾ, ਜਿੰਨੇ ਹੋਰ ਫੜੇ ਜਾਣੇ ਆ ਫੜਾ ਦੇਣਗੇ। ਉਸ ਤੋਂ ਬਾਅਦ ਸਾਰੀ ਕਾਰਵਾਈ ਅੱਗੇ ਫਿਰ NIA ਹੀ ਚਲਾਊਗੀ। ਦੂਜੀ ਗੱਲ ਮੈਨੂੰ ਇਹ ਲੱਗ ਰਹੀ ਹੈ ਕਿ ਇਹ ਮੈਂ ਇਸ ਕਰਕੇ ਵੀ ਕਹਿ ਰਿਹਾ ਕਿ NIA ਦੇ ਆਪਰੇਸ਼ਨਸ ਇਸੇ ਤਰ੍ਹਾਂ ਦੇ ਹੀ ਹੁੰਦੇ ਨੇ, ਉਹ ਬਹੁਤ ਸਲੋ ਚੱਲਦੇ ਆ, ਲੇਕਿਨ ਜਦੋਂ ਫਿਰ ਚੱਲਦੇ ਆ ਉਹ ਬਹੁਤ ਵੱਡੀ, ਉਹ ਐਂ ਲੱਗਦਾ ਜਿਵੇਂ ਬਹੁਤ ਸਕੇਲ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ। ਜਿਵੇਂ ਤੁਸੀਂ ਭਾਸਕਰ ਸਾਹਿਬ ਨੇ ਵੀ ਜ਼ਿਕਰ ਕੀਤਾ ਸੀ PFI ਦਾ, ਤਾਂ ਉਦੋਂ ਵੀ ਤੁਸੀਂ ਦੇਖਿਆ ਹੋਣਾ ਕੇਰਲਾ ਦੇ ਵਿੱਚ ਜਦੋਂ ਹੋਏ ਸੀਗੇ ਇਸ ਤਰ੍ਹਾਂ ਦੇ ਆਪਰੇਸ਼ਨ, ਇੱਕੋ ਟਾਈਮ 56 ਜਗ੍ਹਾ ਤੇ ਮਤਲਬ ਛਾਪੇਮਾਰੀ ਹੋਈ, ਔਰ ਸਾਰੇ ਬੰਦੇ ਪਕੜ ਕੇ ਉਹਨਾਂ ਦਾ ਜਿਹੜਾ ਫੰਡਿੰਗ ਦਾ ਨੈਟਵਰਕ, ਉਹਨਾਂ ਦੇ ਆਰਮ ਸਪਲਾਈ ਦਾ ਸਭ ਕੁਝ ਉਹਨਾਂ ਨੇ ਇੱਕਦਮ ਮਤਲਬ ਤਹਿਸ ਨਹਿਸ ਜਿਹਾ ਕਰਤਾ। ਸੇਮ ਹੀ ਪੈਟਰਨ ਇੱਥੇ ਯੂਜ਼ ਕੀਤਾ ਗਿਆ। ਜੇ ਤੁਸੀਂ ਦੇਖੋ ਤਾਂ ਸੇਮ ਪੈਟਰਨ ਹੈ, ਸਾਰੀ ਫੰਡਿੰਗ ਕਿੱਥੋਂ ਹੋ ਰਹੀ ਹੈ ਇਸ ਦਾ ਪਤਾ ਲਗਾਇਆ ਜਾ ਰਿਹਾ ਹੈ, ਹਥਿਆਰ ਕਿੱਥੋਂ ਆ ਰਹੇ ਨੇ, ਬੁਲਟ ਪ੍ਰੋਜੈਕਟਾਂ ਕਿੱਥੋਂ ਆ ਰਹੀਆਂ ਨੇ, ਸਾਰਾ ਕੁਝ ਉਹੀ ਉਸੇ ਤਰ੍ਹਾਂ ਦਾ ਹੀ ਹੈ। ਸੋ ਸਾਫ਼ ਹੈ ਕਿ ਇਹ ਮਤਲਬ ਪੰਜਾਬ ਪੁਲਿਸ ਦਾ ਇਹਦੇ 'ਚ ਰੋਲ ਉਨਾ ਨਹੀਂ ਹੈ ਜਿੰਨਾ NIA ਦਾ ਹੈਗਾ, ਤੇ ਹੁਣ ਅੱਗੇ ਹੀ NIA ਹੀ ਚਲਾਏਗਾ ਇਹਨੂੰ। ਤੇ ਦੂਜਾ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇੱਥੇ ਠੀਕ ਹੈ ਤੁਹਾਡੀ ਗੱਲ, ਮਤਲਬ ਕੱਲ ਵੀ ਅਸੀਂ ਇਸ ਗੱਲ ਤੇ ਟਰਾਈ ਬਹੁਤ ਕੀਤੀ ਜਿਹੜੇ ਆਫੀਸਰਸ ਹੈਗੇ ਹੈ ਕਿ ਉਹ ਕੁਝ ਦੱਸ ਸਕਣ ਅੰਮ੍ਰਿਤਪਾਲ ਬਾਰੇ। ਅੰਮ੍ਰਿਤਪਾਲ ਹਜੇ ਤੱਕ, ਕਿਉਂਕਿ ਸਾਰਿਆਂ ਨੂੰ ਇਹ ਹੁਣ ਤੱਕ ਤਾਂ ਲਗਭਗ ਯਕੀਨ ਹੈ ਕਿ ਅੰਮ੍ਰਿਤਪਾਲ ਫੜਿਆ ਜਾ ਚੁੱਕਿਆ, ਲੇਕਿਨ ਪੁਲਿਸ ਉਹਨੂੰ ਸ਼ੋਅ ਨਹੀਂ ਕਰ ਰਹੀ ਹੈ। ਉਹਨਾਂ ਦੇ ਪੇਰੈਂਟਸ ਨੇ ਵੀ ਤੁਸੀਂ ਦੇਖਿਆ, ਉਹਨਾਂ ਦੇ ਜਿਹੜੇ ਹੋਰ ਰਿਸ਼ਤੇਦਾਰ ਜਾਂ ਸਮਰਥਕ ਹੈ ਉਹ ਵੀ ਇਹੀ ਬੋਲੀ ਜਾ ਰਿਹਾ। ਤਾਂ ਈਵਨ ਇੱਕ ਪੁਲਿਸ ਆਫੀਸਰ ਦੇ ਵੀ ਮੂੰਹ ਚੋਂ ਨਿਕਲ ਗਿਆ। ਪਹਿਲਾਂ ਇੱਕ ਪ੍ਰੈਸ ਕਾਨਫਰੰਸ ਮੈਂ ਸੁਣ ਰਿਹਾ ਸੀ, ਕਿਉਂਕਿ 3-4 ਪ੍ਰੈਸ ਕਾਨਫਰੰਸ ਆਈਆਂ, ਮੈਨੂੰ ਯਾਦ ਨਹੀਂ ਕਿ ਕਿਹੜੇ SSP ਨੇ ਕਿਹਾ ਹੈ ਇਹ ਗੱਲ ਕਿ ਉਹ ਫੜਿਆ ਜਾ ਚੁੱਕਿਆ, ਲੇਕਿਨ ਅਚਾਨਕ ਹੀ ਫਿਰ ਉਹਨੇ ਆਪਣੇ ਆਪ ਨੂੰ ਠੀਕ ਕਰ ਲਿਆ ਕਿ ਹਜੇ ਸ਼ਾਇਦ ਇਹ ਗੱਲ ਦੱਸਣੀ ਨਹੀਂ ਹੈਗੀ। ਸੋ ਮੈਨੂੰ ਇਹ ਲੱਗ ਰਿਹਾ ਕਿ ਉਹ ਵੀ ਉਹਨਾਂ ਦੀ ਗੱਲ ਵੀ ਠੀਕ ਹੋ ਸਕਦੀ ਹੈ, ਕਿਉਂਕਿ ਕੱਲ ਵਿਧਾਨ ਸਭਾ ਸੈਸ਼ਨ ਦਾ ਆਖਰੀ ਦਿਨ ਹੈ, ਔਰ ਮੇ ਬੀ ਉਸ ਤੋਂ ਬਚਣ ਲਈ ਐਮਬੈਰਸਮੈਂਟ ਤਾਂ ਹੋਏਗੀ ਗਵਰਨਮੈਂਟ ਨੂੰ ਇਸ ਦੇ ਉੱਤੇ ਕਿ ਇੰਨਾ ਵੱਡਾ ਆਪਰੇਸ਼ਨ ਚਲਾਉਣ ਤੋਂ ਬਾਵਜੂਦ ਬੰਦਾ ਨਿਕਲ ਗਿਆ, ਤਾਂ ਸ਼ਾਇਦ ਹੋ ਸਕਦਾ ਕਿ ਅੱਜ ਇਸ ਤੇ ਕੋਈ ਕਾਰਵਾਈ ਪੈ ਹੀ ਜਾਏ। ਇੱਕ ਰਣਨੀਤੀ ਦਾ ਵੀ ਹਿੱਸਾ ਹੁੰਦਾ ਕਿ ਕਿਸੇ ਬੰਦੇ ਨੂੰ ਕਦੋਂ ਤੁਸੀਂ ਪੇਸ਼ ਕਰਨਾ ਹੈ, ਉਸ ਤੋਂ ਪਹਿਲਾਂ ਤੁਸੀਂ ਉਹਦੇ ਤੋਂ ਉਹਨੂੰ ਲੁਕਾ ਕੇ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੁੰਦੇ ਹੋ। ਕਈ ਵਾਰੀ ਰਣਨੀਤਿਕ ਤੌਰ ਤੇ ਵੀ ਚੀਜ਼ਾਂ ਦੇਖੀਆਂ ਜਾਂਦੀਆਂ
ਕਈ ਜੀ ਵਾਰੀ ਜੀ ਇਹਨੂੰ ਤੁਸੀਂ ਫੋਰਸਸ ਦੇ ਨਜ਼ਰੀਏ ਤੋਂ, ਅਮਨ ਕਾਨੂੰਨ ਦੇ ਨਜ਼ਰੀਏ ਤੋਂ, ਕਈ ਵਾਰੀ ਪੋਲੀਟੀਕਲ ਨਜ਼ਰੀਏ ਤੋਂ ਵੀ ਇਹਨੂੰ ਆਂਕਦੇ ਹੋ ਕਿ ਇਹਦਾ ਫਾਇਦਾ ਨੁਕਸਾਨ ਕੀ ਹੈ। ਅਸੀਂ ਅਗਲੀ ਖਬਰ ਤੇ ਜਾਂਦੇ ਹਾਂ। ਵੈਸੇ ਇਹਦੇ ਨਾਲ ਜੁੜੀ ਖਬਰ ਵੀ ਇੰਦਰਪ੍ਰੀਤ ਜੀ 2 ਲਾਈਨਾਂ ਦੇ ਵਿੱਚ ਜ਼ਰੂਰ ਜ਼ਿਕਰ ਕਰ ਦਿਓ। ਜਦੋਂ ਦਾਦੂਵਾਲ ਕਹਿੰਦੇ ਆ ਕਿ ਇਹਦਾ ਦੇਸ਼ ਭਰ ਦੇ ਸਿੱਖਾਂ ਤੇ ਅਸਰ ਪੈਣਾ, ਤੇ ਦੂਜੇ ਬੰਨੇ ਜਦੋਂ ਉਹ ਇਹ ਕਹਿੰਦੇ ਨੇ ਕਿ ਬੰਦੀ ਸਿੱਖਾਂ ਦੀ ਰਿਹਾਈ ਵੀ ਅਸਰਅੰਦਾਜ਼ ਹੋ ਸਕਦੀ। ਕੌਮੀ ਇਨਸਾਫ ਮੋਰਚਾ ਵੀ ਚੱਲ ਰਿਹਾ, ਉੱਥੇ ਵੀ ਪ੍ਰਦਰਸ਼ਨ ਹੋ ਰਹੇ ਸੀ ਪਹਿਲੇ ਦਿਨ ਤੋਂ ਲੈ ਕੇ 18 ਸ਼ਾਮ ਤੋਂ। ਇਹ ਮੈਨੂੰ ਇਹਦੇ ਤੇ ਜਰਾ ਆਪਣੇ ਕੁਝ ਹਰਫ ਕਹਿ ਦਿਓ। ਬਿਲਕੁਲ, ਮੈਂ ਵੀ ਕੱਲ ਇਹ ਜਿਹੜਾ ਅੱਜ ਉਹਨਾਂ ਦਾ ਬਿਆਨ ਸੁਣਿਆ ਸੀਗਾ ਕੱਲ ਵੀ, ਤੇ ਉਹ ਜਿਹੜਾ ਉਹਨਾਂ ਨੇ ਕਿਹਾ ਹੈ ਕਿ ਇਹਦਾ ਅਸਰ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਤੇ ਪੈ ਸਕਦਾ ਹੈ, ਤੇ ਉਹ ਬਿਲਕੁਲ ਉਹਨਾਂ ਨੇ ਸਹੀ ਗੱਲ ਕਹੀ ਹੈ ਕਿ ਜਿਸ ਤਰ੍ਹਾਂ ਦਾ ਆਪਰੇਸ਼ਨ ਚੱਲਿਆ ਹੈ, ਔਰ ਖਾਸ ਤੌਰ ਤੇ ਜਿਹੜੇ ਸੈਂਟਰਲ ਏਜੰਸੀਜ਼ ਹੈਗੀਆਂ ਨੇ ਜਿਹੜੀਆਂ ਮਤਲਬ ਇੰਨੇ ਪ੍ਰੈਸ਼ਰ ਦੇ ਬਾਵਜੂਦ ਮਤਲਬ ਨਹੀਂ ਛੱਡ ਰਹੀਆਂ ਇਹਨਾਂ ਲੋਕਾਂ ਨੂੰ, ਉਹਨਾਂ ਦੀ ਪਲੀ ਇਹੀ ਹੁੰਦੀ ਹੈ ਕਿ ਮਾਹੌਲ ਦੁਬਾਰਾ ਇਹ ਵਿਗਾੜ ਸਕਦੇ ਹੈ, ਇਹ ਇਸ ਕਰਕੇ ਇਹਨਾਂ ਨੂੰ ਹਜੇ ਨਹੀਂ ਛੱਡਿਆ ਜਾਣਾ ਚਾਹੀਦਾ, ਇਸ ਕਰਕੇ ਕੋਈ ਇਨੀਸ਼ੀਏਟ ਵੀ ਨਹੀਂ ਕਰ ਰਿਹਾ। ਸੋ ਇੱਕ ਲੇਕਿਨ ਜਿਹੜੀ ਉਹਨਾਂ ਨੇ ਇੱਕ ਹੋਰ ਜਿਹੜੀ ਗੱਲ ਕਹੀ ਹੈ ਉਹ ਵੀ ਬਹੁਤ ਇੰਪੋਰਟੈਂਟ ਹੈ, ਔਰ ਕਿਉਂਕਿ ਮੈਂ ਖੁਦ ਅਸੀਂ ਸਾਡਾ ਪਰਿਵਾਰ ਜਾਂ ਸਾਡੇ ਵਰਗੇ ਹੋਰ ਕਈ ਹਜ਼ਾਰਾਂ ਪਰਿਵਾਰ ਇਹਦੇ ਭੁਗਤ ਭੋਗੀ ਰਹੇ ਨੇ ਕਿ ਇਹਦਾ ਅਸਰ ਜਿਹੜਾ ਦੂਜੀਆਂ ਸਟੇਟਾਂ ਦੇ ਵਿੱਚ ਰਹਿ ਰਹੇ ਸਿੱਖ ਨੇ ਉਹਨਾਂ ਨੂੰ ਵੀ ਝੇਲਣਾ ਪੈਂਦਾ ਹੈ। ਦੇਖੋ, ਇਹ ਜ਼ਰੂਰੀ ਨਹੀਂ ਹੁੰਦਾ ਕਿ ਜੋ ਕੰਮ ਤੁਸੀਂ ਇੱਥੇ ਕਰੋ ਉਹਦਾ ਅਸਰ ਸਿਰਫ ਇੱਥੇ ਹੀ ਰਹੇ। ਦੂਜੀਆਂ ਸਟੇਟਾਂ ਦੇ ਵਿੱਚ ਉਹ ਓਨੇ ਹੀ ਮਜ਼ਾਕ ਦਾ ਪਾਤਰ ਬਣ ਜਾਂਦੇ ਆ, ਉਹਨਾਂ ਨੂੰ ਬਹੁਤ ਅੰਬੈਰਸ ਕੀਤਾ ਜਾਂਦਾ ਹੈ। ਜਿਹੜੀ ਉੱਥੇ ਦੀ ਲੋਕਲ ਸੁਸਾਇਟੀ ਹੁੰਦੀ ਹੈ ਉਹ ਬਹੁਤ ਅੰਬੈਰਸ ਕਰਦੀ ਹੈ। ਇਸ ਕਰਕੇ ਜਿਹੜੀ ਦਾਦੂਵਾਲ ਸਾਹਿਬ ਨੇ ਗੱਲ ਕਹੀ ਹੈ, ਮੈਨੂੰ ਲੱਗਦਾ ਕਿ ਇਹ ਉਹਨਾਂ ਦਾ ਜਿਹੜਾ ਆਕਲਨ ਬਿਲਕੁਲ ਠੀਕ ਹੈ। ਇਹਦਾ ਦੂਜੀਆਂ ਸਟੇਟਾਂ ਤੇ ਉੱਤੇ ਵੀ ਫਰਕ ਪਏਗਾ ਔਰ ਲੋਕ ਉਹਨਾਂ ਨੂੰ ਮਜ਼ਾਕ ਦੇ ਪਾਤਰ ਵਜੋਂ ਲੈਣਗੇ, ਕਿਉਂਕਿ ਪਹਿਲਾਂ ਵੀ ਅਸੀਂ 84 'ਚ ਦੇਖਿਆ ਬਹੁਤ ਨੁਕਸਾਨ ਹੋਇਆ। ਜਦੋਂ ਇਹ ਆਪਰੇਸ਼ਨ ਬਲੂ ਸਟਾਰ ਹੋਇਆ ਉਸ ਤੋਂ ਬਾਅਦ ਜਿਹੜਾ ਫਿਰ ਜਦੋਂ ਸਿੱਖ ਵਿਰੋਧੀ ਦੰਗੇ ਹੋਏ ਉਹ ਇੰਨੀ ਜ਼ਿਆਦਾ ਨਮੋਸ਼ੀ ਵਾਲੇ ਸੀਗੇ ਕਿ ਉੱਥੇ ਰਹਿਣਾ ਹੀ ਔਖਾ ਹੋ ਗਿਆ ਸੀ। ਆਲਦੋ ਕਿ ਸਿਚੁਏਸ਼ਨ ਬਿਲਕੁਲ ਸੈਟਲ ਹੋ ਗਈ ਸੀ, ਪਰ ਜਿਹੜੀ ਲੋਕਲ ਸੁਸਾਇਟੀ ਫਿਰ ਤੰਗ ਕਰਦੀ ਹੈ ਉਹ ਤੁਹਾਨੂੰ ਰਹਿਣ ਹੀ ਨਹੀਂ ਦਿੰਦੀ ਫਿਰ ਉੱਥੇ। ਇਸ ਤਰ੍ਹਾਂ ਦਾ ਇਸ ਕੇਸ ਤੇ ਹੋਏਗਾ ਕਿ ਨਹੀਂ, ਇਹ ਹਜੇ ਆਉਣ ਵਾਲਾ ਟਾਈਮ ਦੇਖੇਗਾ, ਕਿਉਂਕਿ ਹਜੇ ਤਾਂ ਸਿਰਫ 2-4 ਦਿਨ ਹੀ ਹੋਏ ਨੇ। ਪਰ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਹੋ ਸਕਦਾ ਹੈ, ਜੋ ਉਹਨਾਂ ਦੀ ਗੱਲ ਠੀਕ ਹੈ। ਇਹਨਾਂ ਉਜਾੜਿਆਂ ਦਾ ਸੰਤਾਪ ਭੋਗਿਆ ਇੰਦਰਪ੍ਰੀਤ ਜੀ ਨੇ। ਮੈਨੂੰ ਇਹ ਕਹਿੰਦਿਆਂ ਬੜਾ ਦੁੱਖ ਹੋ ਰਿਹਾ ਤੇ ਬੜਾ ਅਫਸੋਸਨਾਕ ਵੀ ਹੈ ਕਿ ਅਸੀਂ ਆਜ਼ਾਦ ਦੇਸ਼ ਦੇ ਵਿੱਚ ਦੂਜੇ ਦਰਜੇ ਦੇ ਸ਼ਹਿਰੀ ਹੋ ਕੇ ਰਹਿ ਜਾਂਦੇ ਹਾਂ ਇਸ ਤਰ੍ਹਾਂ ਦੇ ਹਾਲਾਤ ਦੌਰਾਨ। ਇਹਦੇ ਲਈ ਜ਼ਿੰਮੇਵਾਰ ਕੌਣ ਆ, ਉਹਨਾਂ ਦੀ ਨਿਸ਼ਾਨਦੇਹੀ ਵੀ ਹੋਣੀ ਚਾਹੀਦੀ ਹੈ। ਕਾਨਪੁਰ ਦੇ ਵਿੱਚ ਇੰਦਰਪ੍ਰੀਤ ਦਾ ਪਰਿਵਾਰ ਸੀਗਾ ਜਦੋਂ ਇਹਨਾਂ ਨੂੰ 84 ਦੇ, ਔਰ ਰਾਈਟਸ ਤਾਂ ਕਵਾਂਗੇ ਨਹੀਂ, ਉਹ ਜੈਨੋਸਾਈਡ ਸੀਗਾ, ਉਸ ਤੋਂ ਬਾਅਦ ਉਹ ਭੁਗਤਣਾ ਪਿਆ। ਤੇ ਅੱਜ ਤੱਕ ਇਹ, ਹੁਣ ਮੈਂ ਇਹਨੂੰ ਜ਼ੁਬਾਨ ਕੀ ਦਿਆਂ, ਇਹ ਉਜਾੜਾ ਹੀ ਆ। ਇੱਕ ਤੋਂ ਦੂਜੀ ਥਾਂ, ਦੂਜੀ ਤੋਂ ਤੀਜੀ ਥਾਂ, ਤੀਜੀ ਤੋਂ ਚੌਥੀ ਥਾਂ। ਬਚਪਨ ਗਵਾਚ ਜਾਂਦਾ, ਜਵਾਨੀਆਂ ਗਵਾਚ ਜਾਂਦੀਆਂ, ਬੰਦਾ ਸੈਟਲ ਹੋਣ 'ਚ ਇੱਕ ਪੀੜ੍ਹੀ ਲਾ ਦਿੰਦਾ। ਚਲੋ ਆਪਾਂ ਹੁਣ ਅੱਗੇ ਵੱਧਦੇ ਹਾਂ, ਇਹ ਦੁੱਖ ਤਕਲੀਫਾਂ ਨੂੰ ਅਸੀਂ ਜ਼ੁਬਾਨ ਦਿਆਂਗੇ। ਮੈਂ ਇੰਦਰਪ੍ਰੀਤ ਜੀ ਤੁਹਾਡੇ ਦੋਨਾਂ ਕੋਲ ਸਾਂਝੀ ਗੱਲ ਲੈਣਾ ਚਾਹੁੰਦਾ। ਮੁੱਢਲੇ ਤੌਰ ਤੇ ਤੁਸੀਂ ਇਹਨੂੰ ਕਹਿ ਦਿਓ, ਸਾਬਕਾ ਮੁੱਖ ਮੰਤਰੀ, 5 ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚਿੱਠੀ ਲਿਖ ਦਿੰਦੇ ਆ, ਬੜੇ ਭਾਵੁਕ ਸੀਗੇ, ਔਰ ਪਹਿਲੀ ਵਾਰੀ ਉਹ ਇਹ ਤਸਲੀਮ ਕਰਦੇ ਆ ਕਿ ਹਾਂ ਮੇਰੀ ਸਰਕਾਰ ਦੇ ਦੌਰਾਨ ਕੁਝ ਬਹੁਤ ਗਲਤ ਤੇ ਵਾਪਰਿਆ। ਉਹ ਪੰਜਾਬੀਆਂ ਦੇ ਨਾਂ ਖੁੱਲਾ ਪੱਤਰ ਲਿਖਦੇ ਆ, ਆਪਣੇ ਦਿਲ ਦਾ ਦਰਦ ਦੱਸਦੇ ਆ। ਜੀ ਬਿਲਕੁਲ, ਜੇ ਤੁਸੀਂ ਅਗਰ ਉਹ ਪ੍ਰਕਾਸ਼ ਸਿੰਘ ਬਾਦਲ ਦਾ ਉਹ 2 ਪੰਨਿਆਂ ਦਾ ਲੈਟਰ ਦੇਖਿਆ ਹੋਵੇ ਤਾਂ ਪਹਿਲਾ ਪੰਨਾ ਤਾਂ ਬਿਲਕੁਲ ਹੀ ਇਸੇ ਗੱਲ ਦੇ ਉੱਤੇ ਹੈ ਕਿ ਉਹ ਕੀ ਕਰਦੇ ਰਹੇ ਹੈ, ਉਹਨਾਂ ਦੀ ਕਿੰਨਾ ਸਾਲ ਉਹਨਾਂ ਨੇ ਜੇਲ੍ਹ 'ਚ ਲਗਾਏ ਹੈ, ਪੰਜਾਬ ਨਾਲ ਕਿਵੇਂ ਧੱਕੇ ਹੁੰਦੇ ਰਹੇ ਹੈ। ਸਾਰਾ ਪਹਿਲਾ ਪੇਜ ਪੂਰਾ ਇਸੇ ਤੇ ਹੀ ਹੈ। ਲਾਸਟ ਪੇਜ ਤੇ ਉੱਤੇ ਉਹ ਫਿਰ ਇਹ ਲਿਖਦੇ ਹੈ ਕਿ ਹਾਂ, ਮੈਂ ਇਸ ਗੱਲ ਨੂੰ ਮੰਨਦਾ ਕਿ ਸਾਡੇ ਸ਼ਾਸਨ ਕਾਲ ਦੇ ਵਿੱਚ ਜਿਹੜਾ ਹੈਗਾ ਕੁਝ ਮੰਦਭਾਗੀਆਂ ਘਟਨਾਵਾਂ ਹੋਈਆਂ, ਤੇ ਉਹ ਘਟਨਾਵਾਂ ਵੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਵਾਲੀਆਂ ਸੀ। ਇਹ ਸ਼ਬਦ ਉਹਨਾਂ ਨੇ ਯੂਜ਼ ਕੀਤੇ ਹੈ ਕਿ ਉਹ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਵਾਲੀਆਂ ਕੋਸ਼ਿਸ਼ਾਂ ਸੀ। ਮੈਂ ਖੁਦ ਕਹਿੰਦੇ ਇਸ ਗੱਲ ਦਾ ਹਾਮੀ ਆ ਤੇ ਚਾਹੁੰਦਾ ਸੀ ਕਿ ਇਸ ਕੇਸ ਦੇ ਉੱਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ, ਪਰ ਸਾਡੀ ਸਰਕਾਰ ਨਹੀਂ ਰਹੀ। ਉਸ ਤੋਂ ਬਾਅਦ ਕਾਂਗਰਸ ਨੇ ਔਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਹਦੇ ਉੱਤੇ ਜੰਮ ਕੇ ਰਾਜਨੀਤੀ ਕੀਤੀ, ਤੇ ਜਿਹੜਾ ਹੁਣ ਚੀਜ਼ਾਂ ਹੋ ਰਹੀਆਂ ਨੇ ਕਿ ਇੱਕ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇ ਉੱਤੇ ਇੱਕ ਮੁੱਖ ਮੰਤਰੀ ਰਹੇ ਉਹ ਬੰਦੇ ਦੇ ਉੱਤੇ 307 ਲਗਾਉਣਾ, ਇਹ ਕਹਿੰਦੇ ਵੀ ਬਹੁਤ ਹੀ ਜ਼ਿਆਦਾ ਲੋਕਤੰਤਰ ਦੀ ਹੱਤਿਆ ਕਰਨ ਵਾਲੀ ਚੀਜ਼ ਹੈ ਜੋ ਇਹ ਭਗਵੰਤ ਮਾਨ ਹੋਣਾ ਨੇ ਕੀਤੀ ਹੈ। ਤੇ ਨਾਲ ਹੀ ਉਹਨਾਂ ਨੇ
ਅਗਲੀ ਉਸ ਲਾਈਨ 'ਚ ਇਹ ਵੀ ਕਿਹਾ ਕਿ ਇਹ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਇੱਕ ਕੋਸ਼ਿਸ਼ ਹੈ, ਤੇ ਪੰਜਾਬੀਆਂ ਨੂੰ ਕਿਹਾ ਕਿ ਇਸ ਦੇ ਉੱਤੇ ਸਾਰੇ ਇਕੱਠੇ ਹੋ ਜਾਣ। ਮੈਨੂੰ ਲੱਗਦਾ ਕਿ ਪੰਜਾਬ ਬਾਦਲ ਸਾਹਿਬ ਨੇ ਸ਼ਾਇਦ ਪਹਿਲੀ ਵਾਰ ਤਸਲੀਮ ਕੀਤਾ ਹੈ ਕਿ ਹਾਂ ਉਹਨਾਂ ਤੋਂ ਗਲਤੀਆਂ, ਉਹਨਾਂ ਦੇ ਸ਼ਾਸਨ ਕਾਲ 'ਚ ਗਲਤੀਆਂ ਹੋਈਆਂ ਹੈ ਤੇ ਉਹਨਾਂ ਨੇ ਉਹਨਾਂ ਨੂੰ ਟੈਕਲ ਸਹੀ ਤਰ੍ਹਾਂ ਨਹੀਂ ਕਰ ਪਾਏ। ਸੋ ਇਹ ਕਿਉਂਕਿ ਜਿਸ ਤਰ੍ਹਾਂ ਅਕਾਲੀ ਦਲ ਦੀ ਜਿਹੜੀ ਪੋਜੀਸ਼ਨ ਇਸ ਟਾਈਮ ਹੋ ਚੁੱਕੀ ਹੈ, ਉਹਦੇ ਉੱਤੇ ਉਹ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਕਿ ਉਹਨਾਂ ਦੇ ਰਹਿੰਦੇ ਰਹਿੰਦੇ ਹੀ ਅਕਾਲੀ ਦਲ ਫਿਰ ਤੋਂ ਨਵੇਂ ਸਿਰੇ ਤੋਂ ਖੜਾ ਹੋ ਜਾਏ, ਲੋਕ ਅਕਾਲੀ ਦਲ ਦੇ ਨਾਲ ਜੁੜ ਜਾਣ ਉਨੇ ਹੀ ਜਿੰਨਾ ਉਹਨਾਂ ਨੇ ਪਹਿਲਾਂ ਜੋੜ ਕੇ ਰੱਖੇ ਹੋਏ ਸੀਗੇ। ਭਾਸਕਰ ਸਾਹਿਬ, ਇਸ ਵੇਲੇ ਜਦੋਂ ਅਸੀਂ ਅੱਜ ਪ੍ਰੋਗਰਾਮ ਕਰ ਰਹੇ ਹਾਂ ਤੇ ਅੱਜ ਸੁਮੇਧ ਸੈਣੀ ਤੇ ਉਮਰਾ ਨੰਗਲ ਦੇ ਜ਼ਮਾਨਤ ਅਰਜੀ ਤੇ ਰਾਖਵਾਂ ਰੱਖਿਆ ਫੈਸਲਾ ਵੀ ਆਊਗਾ, ਔਰ ਇਸੇ ਦੌਰਾਨ ਸ਼ਾਇਦ ਸੁਖਬੀਰ ਸਿੰਘ ਬਾਦਲ ਦੀ ਜ਼ਮਾਨਤ ਅਰਜੀ ਹਾਈ ਕੋਰਟ ਦੇ ਵਿੱਚ ਸੁਣਵਾਈ ਲਈ ਵੀ ਆ ਜੇ, ਤੇ ਇਸੇ ਦੌਰਾਨ ਇੱਕ ਭਾਵੁਕਤਾ ਵੀ ਪੇਸ਼ ਕੀਤੀ ਗਈ ਹੈ। ਹਾਲਾਂਕਿ ਪੰਜਾਬ ਦੇ ਹਾਲਾਤ ਨੂੰ ਕੋਈ ਸਿਆਸੀ ਨਜ਼ਰੀਏ ਤੋਂ ਬਹੁਤ ਬਿਹਤਰ ਨਹੀਂ ਕਿਹਾ ਜਾ ਸਕਦਾ। ਕੋਈ ਧਿਰ ਇਹਦੇ ਵਿੱਚ ਆਪਣੇ ਆਪ ਨੂੰ ਰੀਕਲੈਕਟ ਕਰ ਸਕਦੀ ਸੀ। ਅਕਾਲੀ ਦਲ ਵਰਗੀ ਇੱਥੋਂ ਦੀ ਜਮਾਤ ਜੇਕਰ ਅਜੇ ਵੀ ਮੁੜ ਕੇ ਪੈਰਾਂ ਸਿਰ ਨਹੀਂ ਹੋ ਪਾ ਰਹੀ, ਜੇ ਅਜੇ ਵੀ ਲੋਕ ਪ੍ਰਵਾਨਗੀ ਨਹੀਂ ਮਿਲ ਰਹੀ, ਜੇ ਅਜੇ ਵੀ ਲੜਾਈ ਕਰਦੀ, ਫਾਈਟ ਕਰਦੀ ਨਜ਼ਰ ਨਹੀਂ ਆਉਂਦੀ, ਅਜੇ ਵੀ ਸਿਧਾਂਤਕ ਸਟੈਂਡ ਨਹੀਂ ਲੈ ਰਹੀ, ਤੇ ਉਹਨੂੰ ਇਹ ਬਦਕਿਸਮਤੀ ਕਵਾਂਗੇ। ਬਾਦਲ ਸਾਹਿਬ ਦੀ ਚਿੱਠੀ ਦੇ ਉੱਤੇ ਕੋਈ ਤੁਹਾਡੀ ਟਿੱਪਣੀ ਹੋਵੇ ਤਾਂ? ਬਾਦਲ ਸਾਹਿਬ ਦੀ ਚਿੱਠੀ ਇਮੋਸ਼ਨਲ ਹੈ, ਉਹ ਵੀ ਖਾਸ ਕਰਕੇ ਜਦ ਉਹ 95 ਸਾਲ ਦੇ 5 ਵਾਰ ਤੋਂ ਜ਼ਿਆਦਾ ਮੁੱਖ ਮੰਤਰੀ ਬਣੇ ਹੋਏ ਉਹ ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਦੀ ਇੱਜ਼ਤ ਪੂਰਾ ਪੰਜਾਬ ਕਰਦਾ ਹੈ, ਉਹ ਜਦ ਇਸ ਤਰ੍ਹਾਂ ਦੀ ਭਾਵੁਕ ਚਿੱਠੀ ਲਿਖਦੇ ਆ, ਪਰ ਇਹ ਚਿੱਠੀ ਦੇ ਵਿੱਚ ਭਾਵੁਕਤਾ ਘੱਟ ਹੈ। ਜਦ ਉਹ ਕੁਝ ਭੁੱਲਾਂ ਦੀ ਗੱਲ ਕਰਦੇ ਨੇ, ਤੁਹਾਨੂੰ ਯਾਦ ਹੋਏਗਾ ਇਸ ਤੋਂ ਪਹਿਲੇ ਸਮੁੱਚਾ ਅਕਾਲੀ ਦਲ, ਖੈਰ ਸਮੁੱਚਾ ਤੇ ਨਹੀਂ, ਵੱਡੇ ਵੱਡੇ ਆਗੂ ਹੀ ਜਦ ਦਰਬਾਰ ਸਾਹਿਬ ਜਾ ਕੇ ਭੁੱਲਾਂ ਬਖਸ਼ਾਉਣ ਦੀ ਗੱਲ ਕਰਦੇ ਸੀ, ਤਦ ਵੀ ਉਹਨਾਂ ਨੇ ਉਹਨਾਂ ਭੁੱਲਾਂ ਦਾ ਜ਼ਿਕਰ ਨਹੀਂ ਕੀਤਾ ਸੀ। ਔਰ ਅਕਾਲੀ ਦਲ ਦੇ ਅੰਦਰੋਂ ਇਹ ਮੰਗ ਪਿਛਲੇ ਦਿਨਾਂ ਤੋਂ ਉੱਠੀ ਸੀ ਕਿ ਐਤਕੀ ਜਿਹੜੀ ਭੁੱਲਾਂ ਬਖਸ਼ਾਣੀ ਹੈ ਨਾ, ਭੁੱਲਾਂ ਨੂੰ ਦੱਸ ਕੇ ਕਰਨੀ ਹੈ। ਮੈਨੂੰ ਇਹ ਲੱਗਦਾ ਸੀਗਾ ਕਿ ਜਦ ਬਾਦਲ ਸਾਹਿਬ ਇਹ ਓਪਨ ਲੈਟਰ ਲਿਖ ਰਹੇ ਸੀਗੇ, ਉਹਦੇ ਵਿੱਚ ਉਹਨਾਂ ਭੁੱਲਾਂ ਦਾ, ਉਹਨਾਂ ਗਲਤੀਆਂ ਦਾ ਜ਼ਿਕਰ ਵੀ ਕਰ ਦਿੰਦੇ ਨਾ, ਤੇ ਇਹ ਜਿਹੜਾ ਲੈਟਰ ਹੈਗਾ ਹੋਰ ਜ਼ਿਆਦਾ ਇਫੈਕਟਿਵ ਹੋ ਜਾਂਦਾ। ਪਰ ਪੋਲੀਟੀਕਲ ਵੈਂਡੇਟਾ ਹੈਗਾ ਸਾਡੇ ਖਿਲਾਫ, ਸਿਆਸੀ ਬਦਲਾਖੋਰੀ ਦੀ ਰਾਹੀਂ ਮੇਰੇ ਵਰਗੇ ਬਜ਼ੁਰਗ ਲੀਡਰ ਦੇ ਖਿਲਾਫ ਇਹ ਕੇਸ ਕਰਤਾ। ਉਹਨਾਂ ਨੇ ਸੁਖਬੀਰ ਸਿੰਘ ਬਾਦਲ, ਉਹਨਾਂ ਦਾ ਬਹੁਤਾ ਜ਼ਿਕਰ ਨਹੀਂ ਕੀਤਾ ਇਸ ਲੈਟਰ ਦੇ ਵਿੱਚ। ਉਹਨਾਂ ਨੇ ਇਹ ਜ਼ਰੂਰ ਕੀਤਾ ਹੈ ਕਿ ਮੇਰੇ ਵਰਗੇ 95 ਸਾਲ ਦੀ ਉਮਰ ਦੇ ਵਿੱਚ ਇੱਕ ਮੁੱਖ ਮੰਤਰੀ ਦੀ ਪੋਸਟ ਨੂੰ ਵੀ ਇੱਕ ਤਰੀਕੇ ਨਾਲ ਡਿਗਨਿਟੀ ਗਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਔਰ ਪੰਜਾਬੀਆਂ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਵੀ ਹੁਣ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਇਹਨਾਂ ਲੋਕਾਂ ਨੂੰ ਬਿਫਿਟਿੰਗ ਰਿਪਲਾਈ ਦਿਓ। ਇਹ ਲੈਟਰ ਤੇ ਇੱਕ ਪੋਲੀਟੀਕਲ ਲੈਂਗੁਏਜ ਦੇ ਵਿੱਚ ਲਿਖਿਆ ਗਿਆ ਲੈਟਰ ਲੱਗਦਾ ਹੈ, ਪਰ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਕਹਿ ਰਹੇ ਹਾਂ ਕਿ ਇਹਦੇ ਵਿੱਚ ਭਾਵੁਕਤਾ ਹੋਰ ਜ਼ਿਆਦਾ ਆ ਜਾਂਦੀ ਜੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਗਲਤੀਆਂ ਦਾ ਵੀ ਜ਼ਿਕਰ ਕਰ ਦਿੰਦੇ, ਜਿਹੜੇ ਜਾਣੇ ਅਣਜਾਣੇ, ਪਤਾ ਨਹੀਂ ਹੁਣ ਜਾਣੇ ਅਣਜਾਣੇ ਦੇ ਵਿੱਚ ਲੋਕ ਕਿੱਦਾਂ ਕੋ ਸੈਟੀਸਫਾਈ ਹੁੰਦੇ ਨੇ। ਪਰ ਚਲੋ ਇਹ ਲੈਟਰ ਲਿਖਿਆ, ਇਮੋਸ਼ਨਲ ਲੈਟਰ ਨੇ। ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਸਾਰਾ ਪੰਜਾਬ ਇੱਕ ਇੱਜ਼ਤ ਕਰਦਾ ਹੈ, ਬਾਬਾ ਬੋੜ ਪੰਜਾਬ ਦੀ ਪੋਲਿਟਿਕਸ ਦੇ ਉਹ ਹੈਗੇ ਨੇ, ਔਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੂਜੇ ਪਾਸੇ ਅੱਜ ਜੀ ਕੁਝ ਕਹਿ ਰਹੇ ਸੀ ਤੁਸੀਂ? ਨਹੀਂ, ਕਰੋ ਗੱਲ, ਤੁਸੀਂ ਕਰੋ। ਜਿਸ ਤਰ੍ਹਾਂ ਹੁਣ ਪਰਮਰਾਜ ਸਿੰਘ ਉਮਰਾ ਨੰਗਲ ਤੇ ਸੁਮੇਧ ਸਿੰਘ ਸੈਣੀ, ਉਹਨਾਂ ਦੀ ਕੱਲ ਫਰੀਦਕੋਟ ਕੋਰਟ ਦੇ ਵਿੱਚ ਜਸਟਿਸ ਜਿਹੜੇ ਰਾਜੀਵ ਕਾਲਰਾ, ਉਹਨਾਂ ਦੀ ਕੋਰਟ ਦੇ ਵਿੱਚ ਬੇਲ ਐਪਲੀਕੇਸ਼ਨ ਲੱਗੀ ਸੀ, ਉਹਦਾ ਉੱਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਅੱਜ ਫੈਸਲਾ ਕੋਈ ਆ ਸਕਦਾ ਹੈ। ਤੁਸੀਂ ਬਿਲਕੁਲ ਠੀਕ ਕਿਹਾ, ਅੱਜ ਹੀ ਉਮੀਦ ਹੈ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਵੀ ਫਰੀਦਕੋਟ ਕੋਰਟ ਤੋਂ ਬੇਲ ਐਪਲੀਕੇਸ਼ਨ, ਐਂਟੀਸਿਪੇਟਰੀ ਬੇਲ ਐਪਲੀਕੇਸ਼ਨ ਰਿਜੈਕਟ ਹੋਣ ਤੋਂ ਬਾਅਦ ਇਹ ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਹੋ ਸਕਦੀ ਹੈ। ਜੇ ਇਹਦੇ ਉੱਤੇ ਕੋਈ ਫੈਸਲਾ ਆ ਗਿਆ ਤੇ ਕੋਈ ਰਿਹਾਈ ਦੀ ਗੱਲ ਜਾਂ ਇੱਕ ਤਰੀਕੇ ਨਾਲ ਰਿਆਇਤ ਦੀ ਗੱਲ ਕਹਿ ਸਕਦੇ ਹੋ, ਵਰਨਾ 23 ਮਾਰਚ ਨੂੰ ਤੇ ਉਹਨਾਂ ਨੂੰ ਪੇਸ਼ ਫਰੀਦਕੋਟ ਕੋਰਟ ਦੇ ਵਿੱਚ ਹੋਣਾ ਹੀ ਪਏਗਾ, ਜਦ ਇਸ ਮੁੱਦੇ ਦੇ ਉੱਤੇ ਉਹਨਾਂ ਨੂੰ ਚਲਾਨ ਦੀ ਕਾਪੀ ਵੀ ਫੜਾਈ ਜਾਏਗੀ। ਔਰ ਇਹ ਕੇਸ ਕਿੰਨਾ ਕੁ ਅੱਗੇ ਜਾਂਦਾ ਹੈ, ਇਹਦਾ ਵੀ ਤੁਹਾਨੂੰ ਇੱਕ ਸ਼ੀਸ਼ਾ 23 ਮਾਰਚ ਨੂੰ ਨਜ਼ਰ ਆ ਜਾਏਗਾ। ਔਰ 23 ਮਾਰਚ ਦੇ ਉੱਤੇ ਗ੍ਰਿਫਤਾਰੀ ਦਾ ਡਰ, ਉਹ ਵੀ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਕਿਸੇ ਨਾ ਕਿਸੇ ਜਗ੍ਹਾ ਹਾਈ ਕੋਰਟ ਦੇ ਵਿੱਚ ਲਾਈ ਹੋਈ ਪਟੀਸ਼ਨ, ਔਰ ਜਿਸ ਤਰ੍ਹਾਂ ਕੱਲ ਵੀ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਕਿ ਉਹ ਹੋ ਸਕਦਾ ਬਲੈਂਕਟ ਬੇਲ ਦੀ ਵੀ ਮੰਗ ਕਰ ਸਕਦੇ ਨੇ ਕਿ ਜਿਹੜੀ ਸੈਣੀ ਸਾਹਿਬ ਨੂੰ ਦਿੱਤੀ ਸੀ ਮੈਨੂੰ ਵੀ ਦਿਓ, ਕਿਉਂਕਿ ਇਹ ਵੀ ਕੇਸ ਸਿਆਸੀ ਬਦਲਾਖੋਰੀ ਦਾ ਹੀ ਹੈ। ਪਰ ਮੈਨੂੰ ਲੱਗਦਾ ਹੈ ਕਿ ਇਹਦੇ ਉੱਤੇ ਜਿਹੜੀ ਹੁਣ ਤੱਕ ਦੀ ਸਥਿਤੀ ਹੈ ਕਿ ਜੇਕਰ ਸੁਖਬੀਰ ਸਿੰਘ ਬਾਦਲ ਦਾ ਕੇਸ ਸੁਣਵਾਈ ਲਈ ਨਹੀਂ ਲੱਗਦਾ, ਜਾਂ ਉਹਨਾਂ ਨੂੰ ਹਾਈ ਕੋਰਟ ਦੇ ਵਿੱਚੋਂ ਤੁਰੰਤ ਕੋਈ ਰਾਹਤ ਨਹੀਂ ਮਿਲਦੀ, ਸਟੇਟ ਨੂੰ ਨੋਟਿਸ ਹੋ ਜਾਂਦਾ, ਜਾਂ ਇਹ ਗੱਲ ਕੋਈ ਅਗਲੀ ਤਰੀਕ ਤੱਕ ਚਲੇ ਜਾਂਦੀ ਹੈ, ਤੇ ਸ਼ਾਇਦ ਹੀ ਸੁਖਬੀਰ ਸਿੰਘ ਬਾਦਲ ਪੇਸ਼ ਹੋਣ 23 ਤਰੀਕ ਵਾਲੇ ਦਿਨ। ਉਹ ਕੋਈ ਰਾਹਤ ਵੀ ਮੰਗ ਸਕਦੇ ਆ, ਔਰ ਉਹ ਕੋਈ ਇਹਦੇ ਉੱਤੇ ਇਹ ਇੱਕ ਬੜਾ ਅਹਿਮ ਸਵਾਲ ਆ, ਕਿਉਂਕਿ 23 ਨੂੰ ਗ੍ਰਿਫਤਾਰੀ ਦੀ ਤਲਵਾਰ ਆਮ ਵਕੀਲ ਕਰਦੇ ਆ ਕਿ ਉਸ ਦਿਨ
ਇਹ ਕੋਰਟ ਦੀ ਆਪਣੀ ਡਿਸਕ੍ਰਿਸ਼ਨ ਹੈ ਕਿ ਉਹਨਾਂ ਨੇ ਕੀ ਕਰਨਾ ਹੈ। ਉਹ ਜ਼ਮਾਨਤ ਵੀ ਲੈ ਸਕਦੇ ਆ ਔਰ ਉਹ ਜੁਡੀਸ਼ੀਅਲ ਕਸਟਡੀ ਲਈ ਵੀ ਕਹਿ ਸਕਦੇ ਆ, ਔਰ ਇਹਦੇ ਵਿੱਚ SIT ਵੀ ਕਿਸੇ ਪੱਧਰ ਦੇ ਉੱਤੇ ਹਿਰਾਸਤ ਮੰਗ ਸਕਦੀ ਹੈ। ਇਹ ਵੀ ਸਵਾਲ ਆਮ ਤੌਰ ਤੇ ਪੁੱਛਿਆ ਦੱਸਿਆ ਜਾ ਰਿਹਾ। ਇੰਦਰਪ੍ਰੀਤ ਜੀ, ਇਹ ਮਾਮਲੇ ਨੂੰ ਥੋੜਾ ਜਿਹਾ ਅੱਗੇ ਵਧਾਈਏ ਆਪਾਂ ਤੇ ਆਪਾਂ ਚੱਲੀਏ ਸਾਬਕਾ DGP S ਚਟੋਪਾਧਿਆਏ ਸਾਹਿਬ ਨੂੰ ਸਮੱਸਿਆ ਦਾ ਸਾਹਮਣਾ ਤੇ ਹੋਰਾਂ ਖਿਲਾਫ ਵੀ ਕਾਰਵਾਈ ਦੀ ਤਲਵਾਰ ਲਟਕ ਗਈ ਹੈ। ਕੱਲ ਸ਼ਾਮ ਜੇ ਨੂੰ ਪੰਜਾਬ ਦੇ ਚੀਫ ਸੈਕਟਰੀ VK ਜੰਜੂਆ ਅਪੀਲ ਕਰ ਰਹੇ ਸੀਗੇ ਕਿ ਅਸੀਂ ਕਾਰਵਾਈ ਲਈ ਮੁੱਖ ਮੰਤਰੀ ਸਾਹਿਬ ਨੇ ਲਿਖਤਾ ਹੈ ਕਿ ਇਹਨਾਂ ਦੇ ਖਿਲਾਫ ਸਖਤ ਕਾਰਵਾਈਆਂ ਕੀਤੀਆਂ ਜਾਣ ਤਾਂ ਕਿ ਗ੍ਰਹਿ ਮੰਤਰਾਲੇ ਦੇ ਸਾਹਮਣੇ ਮੂੰਹ ਰੱਖਣੀ ਕੀਤੀ ਜਾ ਸਕੇ। ਇਹਦੇ ਵਿੱਚੋਂ ਅਨਿਰੁੱਧ ਤਿਵਾੜੀ ਨੂੰ ਹਲਕਾ ਜਿਹਾ ਰਾਤ ਮੈਂ ਦੇਖਦਾ, ਜਿਹੜੇ ਸਾਬਕਾ ਚੀਫ ਸੈਕਟਰੀ ਆ, ਉਹਨਾਂ ਨੂੰ ਸਿਰਫ ਕਾਰਨ ਦੱਸੋ ਹੀ ਨੋਟਿਸ ਦੀ ਗੱਲ ਹੋ ਰਹੀ ਆ। ਇਹਨੂੰ ਸਾਰੀ ਜਿੰਨੀ ਵੀ ਰਿਪੋਰਟ ਹੈ ਇਹਨੂੰ ਇੱਕ ਵਾਰੀ ਦੱਸਿਓ ਕਿਵੇਂ। ਰੰਧਾਵਾ ਸਾਹਿਬ, ਵਿੱਚ 3 ਜਿਹੜੇ ਅਫਸਰ ਨੇ ਉਹਨਾਂ ਨੂੰ ਹੀ ਮੇਜਰ ਪੈਨਲਟੀ ਦੀ ਇਨੀਸ਼ੀਏਟ ਕੀਤੀ ਗਈ ਹੈ। ਜਿਹੜੇ ਇੱਕ ਤਾਂ ਚਟੋਪਾਧਿਆਏ ਸਾਹਿਬ ਨੇ, ਇੱਕ ਜਿਹੜੇ ਉੱਥੇ ਦੇ DIG ਸੀ, ਔਰ ਇੱਕ SSP ਜਿਹੜਾ ਫਿਰੋਜ਼ਪੁਰ ਦੇ ਸੀ, ਉਹਨਾਂ ਨੂੰ ਉਹ 3 ਮੇਜਰ ਪੈਨਲਟੀ ਲਈ ਉਹਨਾਂ ਨੂੰ ਇਨੀਸ਼ੀਏਟ ਕੀਤਾ ਗਿਆ। ਹੁਣ ਇਨਕੁਆਇਰੀ ਅਫਸਰ ਲੱਗੇਗਾ ਔਰ ਉਹਦੇ ਤੇ ਜਵਾਬ ਦੇਣਾ ਪੈਣਾ ਉਹਨਾਂ ਨੂੰ। ਜੇ ਜਵਾਬ ਸੈਟਿਸਫੈਕਟਰੀ ਨਹੀਂ ਹੋਇਆ ਤਾਂ ਉਹਨਾਂ ਦੀ ਡਿਸਮਿਸਲ ਵੀ ਹੋ ਸਕਦੀ ਹੈ, ਕਿਉਂਕਿ ਚਟੋਪਾਧਿਆਏ ਸਾਹਿਬ ਤਾਂ ਰਿਟਾਇਰ ਹੋ ਚੁੱਕੇ ਆ। ਉਹਨਾਂ ਦੇ ਲਈ ਤਾਂ ਇੱਕੋ ਹੀ ਆਪਸ਼ਨ ਹੈ ਕਿ ਉਹਨਾਂ ਦੀ ਪੈਨਸ਼ਨ ਜਿਹੜੀ ਹੈ ਜਾਂ ਤਾਂ ਪੂਰੀ ਤਰ੍ਹਾਂ ਬੰਦ ਕਰਤੀ ਜਾਏ ਜਾਂ ਫਿਰ ਹਾਫ ਕਰਤੀ ਜਾਏ, ਬਸ ਉਹਨਾਂ ਤੇ ਇਸ ਤੋਂ ਜ਼ਿਆਦਾ ਨਹੀਂ ਹੋ ਸਕਦਾ। ਲੇਕਿਨ ਇਨ ਸਰਵਿਸ ਨੇ ਜਿਹੜੇ, ਉਹਨਾਂ ਲਈ 4-5 ਮੇਜਰ ਪੈਨਲਟੀਜ਼ ਦੇ ਵਿੱਚ ਜ਼ਿਕਰ ਹੈਗਾ ਕਿ ਉਹ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਨੇ। ਪਰਮਾਨੈਂਟ ਇੰਕਰੀਮੈਂਟਸ ਵੀ ਬੰਦ ਕੀਤੇ ਜਾ ਸਕਦੇ ਨੇ। ਜਿਹੜੀ ਉਹਨਾਂ ਦੀ ਪੋਸਟ ਹੈ ਉਹ ਬਿਲਕੁਲ ਉੱਥੇ ਉਸੇ ਸੇਵਾ ਤੋਂ ਸ਼ੁਰੂ ਕੀਤੀ ਜਾ ਸਕਦੀ ਜਿਸ ਤੋਂ ਪਹਿਲੀ ਵਾਰ ਆਏ ਸੀਗੇ। ਇਸ ਤਰ੍ਹਾਂ ਦੀ 4-5 ਹੈਗੀਆਂ ਨੇ, ਪਰ ਉਹ ਉਦੋਂ ਹੈ ਜਦੋਂ ਇਨਕੁਆਇਰੀ ਅਫਸਰ ਇਹ ਮੰਨ ਲਏਗਾ ਕਿ ਹਾਂ ਜੋ ਇਹਨਾਂ ਨੇ ਜਵਾਬ ਦਿੱਤਾ ਹੈ ਉਹ ਸੈਟਿਸਫੈਕਟਰੀ ਨਹੀਂ ਹੈਗਾ। ਬਾਕੀ ਜਿਹੜੇ ਅਫਸਰ ਸੀ 6 ਹੋਰ, ਨਰੇਸ਼ ਅਰੋੜਾ, ਮੁਖਵਿੰਦਰ ਚੀਨਾ ਹੋਣੀ, ਉਹਨਾਂ ਨੂੰ ਮੇਜਰ ਪੈਨਲਟੀ ਨਹੀਂ ਇਨੀਸ਼ੀਏਟ ਕੀਤਾ। ਉਹਨਾਂ ਨੂੰ ਸਿਰਫ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਤੇ ਉਸ ਦੇ ਵਿੱਚ ਉਹਨਾਂ ਦੀ ਕੀ ਭੂਮਿਕਾ ਰਹੀ ਹੈ ਉਹਦੇ ਆਧਾਰ ਤੇ ਹੀ ਸਜ਼ਾ ਹੋਏਗੀ। ਉਹਦੇ ਵਿੱਚ ਵੀ ਮਾਈਲਡ ਹੈ, ਫਿਰ ਉਹ ਚੇਤਾਵਨੀ ਦੇ ਕੇ ਵੀ ਛੱਡ ਸਕਦੇ ਆ ਜਾਂ ਹਲਕਾ ਫੁਲਕਾ ਇੱਕ ਅੱਧਾ ਇੰਕਰੀਮੈਂਟ ਬੰਦ ਕਰ ਸਕਦੇ ਆ। ਜਿਹੜਾ ਤੁਸੀਂ ਕਿਹਾ ਚੀਫ ਸੈਕਟਰੀ ਦੀ ਗੱਲ, ਉਦੋਂ ਦੇ ਚੀਫ ਸੈਕਟਰੀ ਦਾ ਸੀ, ਕਿਉਂਕਿ ਉਹਨਾਂ ਨੇ ਕਮੇਟੀ ਕੋਲ ਵੀ, ਜਿਹੜੀ ਜਸਟਿਸ ਇੰਦੂ ਮਲਹੋਤਰਾ ਕਮੇਟੀ ਹੈਗੀ ਹੈ, ਉਹਨਾਂ ਕੋਲ ਵੀ ਇਹ ਕਿਹਾ ਸੀਗਾ ਕਿ ਉਹਨਾਂ ਨੂੰ ਕਰੋਨਾ ਹੋ ਗਿਆ ਸੀਗਾ, ਔਰ ਜਿਹੜਾ ਇਹਨਾਂ ਦਾ ਪ੍ਰੋਟੋਕਾਲ ਸੀ ਪ੍ਰਾਈਮ ਮਿਨਿਸਟਰ ਦਾ, ਉਹਦੇ ਵਿੱਚ ਇਹ ਸੀਗਾ ਵੀ ਕੋਈ ਵੀ ਇਹੋ ਜਿਹਾ ਵਿਅਕਤੀ ਉਹਦੇ 'ਚ ਨਾ ਸ਼ਾਮਿਲ ਹੋਵੇ ਜਿਹਨੂੰ ਜਿਹੜਾ ਪ੍ਰੋਟੋਕਾਲ ਦੇ ਬੰਦਿਆਂ ਦੇ ਨਾਲ ਥੋੜੀ ਦੇਰ ਰਿਹਾ ਜਾਂ ਉਹਨੂੰ ਖੁਦ ਨੂੰ ਹੋਇਆ। ਤਾਂ ਇਹ ਕਿਉਂਕਿ ਹੁਸਨ ਲਾਲ ਨੂੰ ਹੋਇਆ ਸੀਗਾ, ਜਿਹੜੇ ਉਹਨਾਂ ਦੇ ਚੀਫ ਮਿਨਿਸਟਰ ਦੇ ਪ੍ਰਿੰਸੀਪਲ ਸੈਕਟਰੀ ਸੀਗੇ, ਤਾਂ ਕਿਉਂਕਿ ਉਹ ਇਕੱਠੀਆਂ ਹੀ ਮੀਟਿੰਗ ਕੀਤੀ ਸੀ, ਇਸ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਬਾਹਰ ਕਰ ਲਿਆ ਸੀ। ਉਹਨਾਂ ਦੇ ਲਈ ਸਿਰਫ ਇਹ ਕਿਹਾ ਕਿ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਹੀ ਜਾਰੀ ਹੋਏਗਾ, ਜੋ ਵੀ ਸਜ਼ਾ ਹੋਏਗੀ ਉਹ ਮਾਈਲਡ ਹੋਏਗੀ ਉਹਨਾਂ ਲਈ। ਜੀ, ਇਹ ਤੁਹਾਨੂੰ ਮੈਂ ਦੋਸਤੋ ਜ਼ਰੂਰ ਦੱਸ ਦਿਆਂ ਕਿ ਮਾਮਲਾ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਬ੍ਰੀਚ ਦਾ ਹੈ। ਪ੍ਰਧਾਨ ਮੰਤਰੀ ਜਦੋਂ ਇਲੈਕਸ਼ਨ ਤੋਂ ਪਹਿਲਾਂ ਆਏ ਸੀ, ਫਿਰੋਜ਼ਪੁਰ 'ਚ ਉਹਨਾਂ ਰੈਲੀ ਕਰਨੀ ਸੀਗੀ, ਰਾਣਾ ਸੋਢੀ ਇਹਦੇ ਲਈ ਸਾਰੀ ਤਿਆਰੀ ਕਰਕੇ ਬੈਠੇ ਸੀ। ਬੰਦੇ ਵੀ ਬਹੁਤੇ ਇਕੱਠੇ ਨਹੀਂ ਸੀ ਹੋਏ, ਮੀਂਹ ਪੈਣ ਲੱਗ ਪਿਆ ਸੀ, ਕਾਫੀ ਰੌਲੇ ਰੱਪੇ ਸੀਗੇ ਤੇ ਉਦੋਂ ਜਿਹੜਾ ਸਾਰਾ ਕੁਝ ਹੋਇਆ ਉਹਦੇ ਰਿਐਕਸ਼ਨ ਵਜੋਂ ਜਿਹੜੀ ਸੁਪਰੀਮ ਕੋਰਟ ਦੀ ਕਮੇਟੀ ਬਣੀ ਸੀ ਰਿਟਾਇਰਡ ਜਸਟਿਸ ਇੰਦੂ ਮਲਹੋਤਰਾ ਦੀ ਅਗਵਾਈ 'ਚ, ਉਹਨੇ ਜੋ ਰਿਕਮੈਂਡੇਸ਼ਨ ਦਿੱਤੀਆਂ ਸੀ ਤੇ ਉਸ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਸੀ ਕਾਰਵਾਈ ਕੀ ਕੀਤੀ ਆ, ਤੇ ਹੁਣ ਕਾਰਵਾਈ ਅੱਖਾਂ ਭੁਜਾਉਣ ਲਈ ਇਹ ਕਰ ਰਹੇ ਨੇ। ਤੇ ਇਹ ਕਾਰਵਾਈਆਂ ਇੰਜ ਦੀਆਂ ਹੀ ਹੁੰਦੀਆਂ ਜੀ, ਬਹੁਤੀ ਇਹਦੇ 'ਚ ਸਿਆਸਤ ਹੁੰਦੀ ਆ, ਹੋਰ ਤਾਂ ਕੁਝ ਹੁੰਦਾ ਨਹੀਂਗਾ। ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਮੇਰਾ ਨਹੀਂ ਖਿਆਲ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮਾਹੌਲ ਸੀ ਕਿ ਕੋਈ ਜਾਣਬੁੱਝ ਕੇ ਇਹ ਪੰਗਾ ਲੈ ਰਿਹਾ ਸੀਗਾ। ਭਾਸਕਰ ਸਾਹਿਬ, ਅਗਲੀ ਖਬਰ ਬਹੁਤ ਅਹਿਮ ਹੈਗੀ ਆ, ਉਹ ਹੈਗੀ ਆ ਗੁਰਪ੍ਰੀਤ ਸਿੰਘ ਕਾਂਗੜ ਨਾਲ, ਕਿਉਂਕਿ ਕਿੰਨੇ ਦਿਨ ਹੋ ਗਏ ਅਸੀਂ ਸਿਆਸੀ ਖਬਰਾਂ ਹੀ ਛੱਡੀਆਂ ਹੋਈਆਂ। ਦੇਖੋ, ਬੰਦਿਆਂ ਦੇ ਦੁੱਖ ਵੀ ਸਾਨੂੰ ਦੱਸਣੇ ਚਾਹੀਦੇ ਆ। ਇਹ ਵੱਡੇ ਮੰਤਰੀ ਸੀ, ਬਿਜਲੀ ਨਾਲ ਵੀ ਜੁੜੇ ਰਹੇ ਤੇ ਰੈਵਨਿਊ ਨਾਲ ਵੀ ਜੁੜੇ ਰਹੇ। ਮਤਲਬ ਐਡਾ ਵੱਡਾ ਮੰਤਰੀ ਹੋਵੇ, ਉਹਨੂੰ ਵਿਜੀਲੈਂਸ ਵਾਲੇ ਬੰਦਾ ਹੀ ਨਾ ਸਮਝਣ। ਗੱਲ ਆ ਕੋਈ ਯਾਰ, ਉਹ ਕਹਿ ਰਹੇ ਇਹਨਾਂ ਦਾ ਵਿਹਾਰ ਚੰਗਾ ਨਹੀਂ ਸੀ। ਤੂੰ ਧੜਕ ਕੀਤਾ, ਕਾਂਗੜ ਸਾਹਿਬ ਨੇ ਦੱਸਿਆ ਨਹੀਂ ਕੀ ਕਹਿੰਦੇ ਸੀ ਕਾਂਗੜ ਸਾਹਿਬ। ਚਲੋ ਆਪਾਂ ਉਹਨਾਂ ਨੂੰ ਥੋੜੀ ਪੁੱਛ ਸਕਦੇ ਸਿੱਧੇ, ਤੁਸੀਂ ਗੱਲ ਤੋਰੋ, ਕਿਉਂ ਤੰਗ ਕਰਦੇ ਪਏ ਨੇ? ਪੁੱਛਣਾ ਪੁੱਛ ਲੈਣ, ਜੋ ਉਹਨਾਂ ਦੀ ਦਸਤਾਵੇਜ਼ ਆ ਲੈ ਲੈਣ, ਏਦਾਂ ਨਹੀਂ ਕਰਨਾ ਚਾਹੀਦਾ। ਗੱਲ ਤੋਰੋ। ਵਿਜੀਲੈਂਸ ਬਿਊਰੋ ਬਠਿੰਡਾ ਦਫ਼ਤਰ ਬੁਲਾ ਲਿਆ ਸੀਗਾ ਗੁਰਪ੍ਰੀਤ ਸਿੰਘ ਕਾਂਗੜ, ਜਿਹੜੇ ਅੱਜ ਕੱਲ BJP ਦੇ ਵੱਡੇ ਆਗੂ ਹੈ, ਕਦੀ ਕਾਂਗਰਸ ਦੇ ਪੂਰਵ ਮੰਤਰੀ ਹੈਗੇ ਨੇ, ਚਲੋ ਪੂਰਾ ਮੰਤਰੀ ਤੇ ਹੁਣ ਵੀ ਹੈਗੇ ਨੇ। 10 ਵਜੇ ਬੁਲਾਇਆ ਸੀ, 10 ਵਜੇ ਪੂਰਾ ਪਜਾਮਾ ਕੁਰਤਾ ਪਾ ਕੇ ਪਹੁੰਚ ਗਏ, ਔਰ ਉਸ ਤੋਂ ਬਾਅਦ 7 ਘੰਟੇ ਰਿੜਕਿਆ ਵਿਜੀਲੈਂਸ ਨੇ। ਔਰ ਜਦ ਕੇਸ ਡਿਸਪਰਪੋਰਸ਼ਨੇਟ ਐਸੈਟ ਦਾ ਹੁੰਦਾ ਹੈ
ਤੇ ਕੋਈ ਵੀ ਅਕਿਊਜ਼ ਹੁੰਦਾ ਜਿਹਦੇ ਉੱਤੇ ਇਹ ਚਾਰਜ ਲਾਇਆ ਜਾਂਦਾ ਹੈ, ਸਭ ਤੋਂ ਪਹਿਲਾ ਬਿਆਨ ਉਹਦਾ ਇਹੀ ਆਉਂਦਾ ਹੈ, ਮੇਰਾ ਸਭ ਕੁਝ ਰਿਕਾਰਡ ਤੇ ਹੈ ਤੇ ਮੈਂ ਤੇ ਪੁਸ਼ਤੈਨੀ ਪੂਰੀ ਜ਼ਮੀਨਾਂ ਜਮੂਨਾ ਸਾਰਾ ਕੁਝ ਮੇਰਾ ਇੱਕ ਇੱਕ ਪੈਸਾ ਰਿਕਾਰਡ ਤੇ ਲਿਖਿਆ ਹੋਇਆ, ਅਕਾਊਂਟਡ ਫੋਰ ਹੈਗਾ, ਤੇ ਮੈਨੂੰ ਕਿਸੇ ਦਾ ਕੋਈ ਡਰ ਨਹੀਂ। ਕਿਉਂਕਿ ਬ੍ਰਹਮ ਮਹਿੰਦਰਾ ਨੇ ਵੀ ਇਹੀ ਕਿਹਾ ਸੀਗਾ, ਔਰ ਉਸ ਤੋਂ ਪਹਿਲੇ ਜਿੰਨੇ ਵੀ ਬੰਦੇ ਵਿਜੀਲੈਂਸ ਦਫ਼ਤਰਾਂ ਦੇ ਵਿੱਚ ਹੋ ਕੇ ਆਏ ਨੇ ਸਾਰਿਆਂ ਦਾ ਬਿਆਨ ਇਹੀ ਸੀਗਾ, ਇਹੀ ਇਹਨਾਂ ਦਾ ਸੀਗਾ। ਪਰ ਇਹਨਾਂ ਦੇ ਬਿਆਨ ਦੇ ਵਿੱਚ ਥੋੜਾ ਜਿਹਾ ਚੇਂਜ ਸੀਗਾ। ਕਹਿੰਦੇ ਵਿਜੀਲੈਂਸ ਵਾਲੇ ਵਿਤਕਰੇ ਬੜੇ ਕਰਦੇ ਨੇ, ਔਰ ਜਿਸ ਤਰੀਕੇ ਨਾਲ ਘੂਰ ਕੇ ਦੇਖਦੇ ਨੇ, ਇਹ ਗੱਲ ਕਹੀ ਤੇ ਨਹੀਂ, ਪਰ ਆਪਾਂ ਭਾਵ ਦੇਖ ਸਕਦੇ ਆ ਇਸ ਗੱਲ ਦਾ। ਪਰ ਇਹ ਜਿਹੜੀ ਗੱਲਾਂ ਹੈਗੀ ਹੈ 7 ਘੰਟੇ ਦੀ ਰੇਡ ਕਰਨ ਤੋਂ ਬਾਅਦ ਇੱਕ ਫਾਰਮ ਜਿਹਾ ਫੜਾ ਦੇਣਾ, ਫਾਰਮ ਜਾ ਕੇ ਵੀ ਇਹ ਭਰ ਕੇ ਲਿਆਓ, 7 ਦਿਨ ਦਾ ਟਾਈਮ ਦੇ ਦਿੱਤਾ, 7 ਦਿਨ ਬਾਅਦ ਇਹ ਫਾਰਮ ਭਰ ਕੇ ਲਿਆਓ, ਜੇ ਤੁਸੀਂ ਨਹੀਂ ਡਿਕਲੇਅਰ ਕੀਤੀ ਤੇ ਫਿਰ ਅਸੀਂ ਡਿਕਲੇਅਰ ਕਰ ਦਾਂਗੇ। ਉਹੀ ਚੀਜ਼ ਵਿਜੀਲੈਂਸ ਨੇ ਕਹਿ ਕੇ ਤੋੜਤਾ। ਤੇ ਦੂਜੇ ਪਾਸੇ ਕੁਲਦੀਪ ਵੈਦ ਹੋਣਾ, ਉਹ ਵੀ ਲੁਧਿਆਣੇ ਦੇ ਦਫ਼ਤਰ ਦੇ ਵਿੱਚ ਕੱਲ ਗਏ ਸੀਗੇ, ਗੁਲਾਬੀ ਪੱਗ ਪਾਈ ਹੋਈ ਸੀ ਉਹਨਾਂ ਨੇ, ਗੇਟ ਦੇ ਅੰਦਰ ਗਏ, ਅੰਦਰ ਤੋਂ ਗੇਟ ਕੁੰਡੀ ਲਾ ਲਈ, 5-7 ਘੰਟੇ ਉਹਨਾਂ ਨੂੰ ਵੀ ਰਿੜਕਿਆ। ਰਿੜਕਣ ਤੋਂ ਬਾਅਦ ਉਹੀ ਫਾਰਮ ਜਿਹੜਾ ਕਾਂਗੜ ਸਾਹਿਬ ਨੂੰ ਬਠਿੰਡੇ ਦਿੱਤਾ ਸੀਗਾ, ਉਦਾਂ ਦਾ ਹੀ ਇੱਕ ਲੁਧਿਆਣੇ ਵੈਦ ਸਾਹਿਬ ਨੂੰ ਦੇ ਦਿੱਤਾ, ਭਰ ਕੇ ਲਿਆਓ ਫਾਰਮ। 7 ਦਿਨ ਦਾ ਟਾਈਮ ਤਕਰੀਬਨ ਦਿੱਤਾ ਹੈ, 7 ਦਿਨ ਬਾਅਦ ਜਦ ਫਾਰਮ ਭਰ ਕੇ ਲਿਆਉਣਗੇ, ਕਿਉਂਕਿ ਜ਼ਿਆਦਾਤਰ ਆਪਣੇ ਚਾਰਟਰਡ ਅਕਾਊਂਟੈਂਟ ਕੋਲ ਏਦਾਂ ਦੇ ਲੀਡਰ ਜਿਨ੍ਹਾਂ ਦੇ ਖਿਲਾਫ ਡਿਸਪ੍ਰੋਪੋਰਸ਼ਨੇਟ ਆਫ ਅਸੈਟ ਦਾ ਕੇਸ ਹੁੰਦਾ ਹੈ, ਉਹ ਸਿੱਧਾ ਉੱਥੇ ਜਾਂਦੇ ਹੁੰਦੇ ਆ। ਤੇ ਹੁਣ ਉਹ ਤਿਆਰੀ ਕਰ ਰਹੇ ਹੋਣੇ ਆ ਸਾਰੇ ਲੀਡਰ, ਹੋਰ ਵੀ ਕਈ ਲਾਈਨ 'ਚ, ਵਿਜੇਂਦਰ ਸਿੰਗਲਾ ਉਹਨਾਂ ਦੀ ਵੀ ਵਾਰੀ ਮੇਰੇ ਖਿਆਲ ਨਾਲ ਇਸ ਹਫ਼ਤੇ ਹੀ ਹੈਗੀ ਹੈ, ਜਦੋਂ ਪੇਸ਼ ਹੋਣਗੇ। BIS ਚਾਲ ਉਹ ਨਹੀਂ ਜਾ ਰਹੇ ਹਜੇ ਵਿਜੀਲੈਂਸ ਦੇ ਦਫ਼ਤਰ ਦੇ ਵਿੱਚ, ਪਰ ਜਾਣਾ ਤੇ ਪਏਗਾ, ਕਦੋਂ ਜਾਂਦੇ ਆ ਪਤਾ ਨਹੀਂ। ਪਰ ਇਹ ਸਿਲਸਿਲਾ ਹੁਣ ਲੰਬਾ ਚੱਲਣ ਵਾਲਾ ਹੈ, ਔਰ ਆਉਣ ਵਾਲੇ ਟਾਈਮ ਵਿੱਚ ਕੋਈ ਲਾਈਨ ਹੋਰ ਵੱਧ ਵੀ ਸਕਦੀ ਹੈ। ਹੰਸ ਜੀ ਗਾਉਂਦੇ ਹੁੰਦੇ ਆ, ਦੁੱਖ ਤਾਂ ਬਥੇਰੇ ਪਰ ਦੱਸਣੇ ਨੀ ਯਾਰ ਨੂੰ, ਆਪੇ ਕਦੇ ਮਿਹਰ ਪੈ ਜਾਊ ਸੱਚੀ ਸਰਕਾਰ ਨੂੰ। ਦੁੱਖ ਪਤਾ ਕੀ ਹੈ, ਉਹ ਪੁਲਿਸ ਵਾਲੇ ਜਿਹੜੇ ਖਿੱਚ ਕੇ ਸਲੂਟ ਮਾਰਦੇ ਹੁੰਦੇ ਸੀ, ਤੇ ਕਈ ਵਾਰੀ ਇੱਧਰ ਉੱਧਰ ਮੌਕਾ ਵੇਖ ਕੇ ਗੋਡੀ ਹੱਥ ਵੀ ਲਾ ਆਉਂਦੇ ਹੁੰਦੇ ਸੀ। ਜਦੋਂ ਅੱਖ ਨਾ ਮਿਲਾਉਣ ਦੁੱਖ ਬੜਾ ਹੁੰਦਾ, ਹੱਥ ਵੀ ਨਾ ਮਿਲਾਉਣ ਗਿਆ ਨੂੰ। ਕਿਉਂਕਿ ਗੁਰਦਾਸਪੁਰ 'ਚ ਵਰਿੰਦਰਮੀਤ ਸਿੰਘ ਪਾੜਾ ਨਾਲ ਇੱਕ DSP ਦੀ ਫੋਟੋ ਲੱਥ ਗਈ, ਉਦੋਂ ਤਾਂ ਕਹਿਤਾ ਵੀ ਇਹ ਪ੍ਰੋਟੋਕਾਲ ਹੀ ਹੈ ਜੀ ਸਲੂਟ ਮਾਰਨਾ, ਕਿਉਂਕਿ ਸਿਟਿੰਗ MLA। ਬਾਅਦ 'ਚ ਮੇਰੇ ਖਿਆਲ ਬਦਲੀ ਵੀ ਹੋ ਜਾਂਦੀ। ਇੱਥੇ ਰੰਧਾਵਾ ਜੀ, ਉਹ ਸਲੂਟ ਮਾਰਿਆ ਸੀ ਜਾਂ ਸਲੂਟ ਨਿਕਲ ਗਿਆ ਸੀ, ਇਹਦੇ ਉੱਤੇ ਵੀ ਬਹਿਸ ਹੋ ਰਹੀ। ਆਹੋ, ਇਹ ਵੀ ਕਈ ਵਾਰ ਸਲੂਟ ਨਿਕਲ ਵੀ ਜਾਂਦਾ, ਸਲੂਟ ਨਿਕਲ ਜਾਂਦਾ, ਪਰ ਜਦੋਂ ਪੁਲਿਸ ਆਈ ਤੇ ਆਉਂਦੀ ਹੈ ਨਾ, ਪੁੱਛ ਲਓ ਹੁਣ ਅਜਨਾਲੇ ਦੇ ਵਿੱਚ ਜਿਹੜੇ ਬਹੁਤ ਬੜਕਾ ਮਾਰਦੇ ਸੀ, ਤੇ ਜਦੋਂ ਪੁਲਿਸ ਦਾ ਆਹ ਰੂਪ ਦੇਖਿਆ ਤੇ ਮੇਰਾ ਖਿਆਲ ਪ੍ਰਧਾਨ ਮੰਤਰੀ ਬਾਜੇ ਕੇ ਖੇਤਾਂ 'ਚੋਂ ਜਿਵੇਂ ਕਰ ਰਹੇ ਸੀ, ਉਹ ਵੀ ਇੱਕ ਪਹਿਲੂ ਆ, ਪੱਖ ਹੈ। ਸੰਜਮ ਡਿਸਪਲਿਨ ਸੁਸਾਇਟੀ ਦੇ ਹਰ ਵਰਗ ਤੇ ਬੜਾ ਜ਼ਰੂਰੀ ਹੋਣਾ ਚਾਹੀਦਾ ਹੈ, ਔਰ ਸਟੇਟ ਕੋਲ ਅਖਤਿਆਰ ਬੜੇ ਹੁੰਦੇ ਤੇ ਪੁਲਿਸ ਕੋਲ ਬਹੁਤ ਹੀ ਜ਼ਿਆਦਾ ਅਖਤਿਆਰ ਹੁੰਦੇ ਆ। ਅਸੀਂ ਵੀ ਹਾਸਾ ਠੱਠਾ ਕਰਦੇ ਰਹਿੰਦੇ ਆ, ਜਦੋਂ ਕਿਤੇ ਅਗਲਿਆਂ ਦੇ ਢਾਏ ਚੜੀ ਤਾਂ ਉਹ ਹਾਸਾ ਠੱਠਾ ਵੀ ਕੱਢ ਦਿੰਦੇ ਆ। ਖੈਰ, ਰੱਬ ਸੁੱਖ ਰੱਖੇ। ਇੰਦਰਪ੍ਰੀਤ ਜੀ, ਖਬਰ ਬਹੁਤ ਅਹਿਮ, ਜਿਹੜੀ ਸਟੈਂਡਿੰਗ ਕਮੇਟੀ ਸੀ ਇੱਕ ਪਾਰਲੀਮੈਂਟ ਦੀ, ਉਹਨੇ ਫ੍ਰੀ ਪਾਵਰ ਦੇ ਉੱਤੇ ਟਿੱਪਣੀ ਕੀਤੀ ਆ, ਰਿਪੋਰਟ ਦਿੱਤੀ ਆ। ਕਿਸਾਨ ਜ਼ਮੀਨ ਥੱਲਿਓਂ ਪਾਣੀ ਕੱਢੀ ਜਾਂਦੇ, ਫ੍ਰੀ ਪਾਵਰ ਮੋਟਰ ਚੱਲੀ ਜਾਣ ਤੋਂ ਕੋਈ ਫਰਕ ਨਹੀਂ ਪੈਂਦਾ। ਜੇ ਥੋੜਾ ਜਿਹਾ ਦਰਦ ਹੋਵੇ, ਕਹਿੰਦੇ ਮੋਟਰ ਬੰਦ ਕਰਨ ਦਾ ਖਿਆਲ ਰਹਿੰਦਾ, ਅਦਰਵਾਈਜ਼ ਕਹਿੰਦੇ ਚਲੋ ਕੋਈ ਨਹੀਂ, ਫਿਰ ਕੀ ਮਾਸਾ ਵੱਧ ਹੋ ਜੂ ਨਾ ਇੰਚ ਪਾਣੀ, ਕੀ ਫਰਕ ਪੈਂਦਾ। ਹਾਂਜੀ, ਤੋਰੋ ਗੱਲ। ਰੰਧਾਵਾ ਸਾਹਿਬ, ਇਹ ਜਲ ਸ਼ਕਤੀ ਮੰਤਰਾਲੇ ਜਿਹੜਾ ਹੈਗਾ, ਉਹਨਾਂ ਦੀ ਸਟੈਂਡਿੰਗ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਨੇ ਉਹਨਾਂ ਦੇ ਉੱਤੇ ਇੱਕ ਰਿਪੋਰਟ ਦਿੱਤੀ ਹੈ, ਜਿਹਦੇ ਵਿੱਚ ਉਹਨਾਂ ਨੇ ਪੰਜਾਬ ਤੇ ਹਰਿਆਣਾ ਦੀ ਪਾਣੀ ਦੀ ਓਵਰ ਐਕਸਪਲੋਇਟੇਸ਼ਨ ਜਿਹੜੀ ਹੈਗੀ ਹੈ, ਉਹਦੇ ਉੱਤੇ ਆਪਣੀ ਟਿੱਪਣੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਹਦਾ ਸਭ ਤੋਂ ਵੱਡਾ ਕਾਰਨ ਜਿਹੜਾ ਹੈਗਾ, ਇਹਨਾਂ ਦੋਨਾਂ ਸਟੇਟਾਂ ਵੱਲੋਂ ਫਾਰਮਰਸ ਨੂੰ ਜਿਹੜੀ ਫ੍ਰੀ ਬਿਜਲੀ ਦਿੱਤੀ ਜਾ ਰਹੀ ਹੈ, ਉਹ ਇੱਕ ਮੇਨ ਕਾਰਨ ਹੈ। ਕਿਉਂਕਿ ਫਾਰਮਰਸ ਇਸ ਗੱਲ ਦਾ ਬਿਲਕੁਲ ਖਿਆਲ ਨਹੀਂ ਰੱਖ ਰਹੇ, ਉਹ ਮੋਟਰ ਸਿੱਧੀ ਛੱਡ ਦਿੰਦੇ ਆ, ਤੇ ਉਸ ਤੋਂ ਬਾਅਦ ਕਿਉਂਕਿ ਲਿਮਟਡ ਆਵਰਸ ਹੀ ਹੁੰਦੇ ਆ, 6 ਘੰਟੇ ਜਾਂ 5 ਘੰਟੇ ਜਿੰਨੀ ਵੀ ਲਾਈਟ ਆਉਂਦੀ ਹੈ, ਤਾਂ ਉਹ ਆਪਣੇ ਆਪ ਹੀ ਆਟੋਮੈਟਿਕ ਸਟਾਰਟਰ ਲਾਏ ਹੋਏ ਆ, ਬੰਦ ਹੋ ਜਾਂਦੀ ਹੈ। ਤੇ ਇਹਦੇ ਨਾਲ ਜਿਹੜੀ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ। ਉਹਨਾਂ ਨੇ ਇੱਕ ਅੰਕੜਾ ਵੀ ਦਿੱਤਾ ਕਿ ਪੰਜਾਬ ਦੇ ਵਿੱਚ ਜੇ 100 ਲੀਟਰ ਪਾਣੀ ਥੱਲੇ ਜ਼ਮੀਨ 'ਚ ਜਾ ਰਿਹਾ ਹੈ, ਤਾਂ 164 ਲੀਟਰ ਪਾਣੀ ਜ਼ਮੀਨ 'ਚੋਂ ਕੱਢ ਰਹੇ ਨੇ। ਯਾਨੀ ਕਿ ਅਸੀਂ ਹਰ ਸਾਲ 3-4 ਫੁੱਟ ਜਾਂ ਉਸ ਤੋਂ ਕਿਤੇ ਜ਼ਿਆਦਾ, ਜਿੱਥੇ ਵੀ ਪੈਡੀ ਜਿਸ ਹਿਸਾਬ ਨਾਲ ਹੈਗੀ ਹੈ, ਉਸ ਤੋਂ ਜ਼ਿਆਦਾ ਯੂਜ਼ ਕਰੀ ਜਾ ਰਹੇ ਹਾਂ। ਤਾਂ ਮੈਨੂੰ ਇਹ ਲੱਗ ਰਿਹਾ ਹੈ ਕਿ ਜਿਹੜੀ ਉਹਨਾਂ ਦੀ ਇਹ ਟਿੱਪਣੀ ਹੈ, ਇਹ ਬਿਲਕੁਲ ਸਹੀ ਹੈ। ਇਹਦੇ ਉੱਤੇ ਕੋਈ ਸ਼ੱਕ ਨਹੀਂ, ਕਿਉਂਕਿ ਤੁਸੀਂ ਪਿਛਲੇ ਜਦੋਂ ਗਵਰਨਮੈਂਟ 'ਚ ਕੈਪਟਨ ਸਾਹਿਬ ਨੇ ਪਾਣੀ ਬਚਾਓ ਵਾਲੀ ਇੱਕ ਸਕੀਮ ਲਾਂਚ ਕੀਤੀ ਸੀ, ਉਹਦੇ ਤੇ ਕਿਸਾਨਾਂ ਨੇ ਬਹੁਤਾ ਹੁੰਗਾਰਾ ਇਸੇ ਕਰਕੇ ਦਿੱਤਾ ਹੀ ਨਹੀਂ ਸੀ, ਕਿਉਂਕਿ ਉਹਨਾਂ ਨੂੰ ਲੱਗ ਰਿਹਾ ਸੀ ਯਾਰ ਵੀ ਪੈਡੀ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਅਸ਼ੋਰਡ ਖਰੀਦ ਵਾਲੀ ਇੱਕ ਫਸਲ ਹੈ,
ਤੇ ਆਪਾਂ ਨੂੰ ਕੀ ਲੋੜ ਹੈ ਹੋਰ ਉਹਦੇ ਤੇ ਮੱਥਾ ਮਾਰਾਂਗੇ। ਆਹ ਠੀਕ ਹੈ, ਜੇ 2-4 ਪੈਸੇ ਘੱਟ ਵੀ ਆ ਜਾਣਗੇ ਤਾਂ ਵੀ ਠੀਕ ਹੈ। ਜਿਹੜਾ ਪਾਣੀ ਦੀ ਗੱਲ ਹੈ ਉਹ ਤਾਂ ਆਪਾਂ ਨੂੰ ਮਿਲ ਹੀ ਰਿਹਾ ਫ੍ਰੀ ਦੇ ਵਿੱਚ। ਤਾਂ ਮੈਂ ਤੁਹਾਨੂੰ ਸ਼ਾਇਦ ਇੱਕ ਵਾਰੀ ਪਹਿਲਾਂ ਵੀ ਇਸ ਪ੍ਰੋਗਰਾਮ 'ਚ ਇੱਕ ਅੰਕੜਾ ਦਿੱਤਾ ਸੀਗਾ ਕਿ ਜਿਹੜਾ ਪਾਣੀ ਅਸੀਂ ਯੂਜ਼ ਕਰ ਰਹੇ ਹਾਂ, ਚਾਹੇ ਇੱਕ ਫਾਰਮਰ ਨੂੰ ਫ੍ਰੀ ਬਿਜਲੀ ਦੇ ਤੌਰ ਤੇ ਮਿਲ ਰਿਹਾ ਹੈ, ਉਹ ਫ੍ਰੀ ਬਿਜਲੀ ਸਿਰਫ ਦੇਖੀ ਜਾ ਰਹੇ ਹੈ, ਪਰ ਉਹਦੇ ਨਾਲ ਨਾਲ ਜਿਹੜਾ ਉਹਨਾਂ ਦੀ ਆਪਣੀ ਬੋਰਿੰਗ ਕਰਾਉਣ ਦੇ ਉੱਤੇ ਖਰਚੇ ਹੋ ਰਹੇ ਨੇ ਉਹਨੂੰ ਕਾਊਂਟ ਨਹੀਂ ਕਰ ਰਹੇ। ਇੱਕ ਐਗਰੀਕਲਚਰ ਡਿਪਾਰਟਮੈਂਟ ਨੇ ਡਾਕਟਰ ਬਲਵਿੰਦਰ ਸਿੱਧੂ ਜਦੋਂ ਕਮਿਸ਼ਨਰ ਸੀਗੇ, ਉਹਨਾਂ ਨੇ ਇੱਕ ਸਟੱਡੀ ਕਰਵਾਈ ਸੀ। ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇੱਕ ਅੰਕੜਾ ਦਿੱਤਾ ਸੀ ਕਿ 2007 ਤੋਂ ਲੈ ਕੇ 2017 ਤੱਕ 35,000 ਕਰੋੜ ਰੁਪਏ ਦੀ ਕਿਸਾਨਾਂ ਨੂੰ ਅਸੀਂ ਫ੍ਰੀ ਬਿਜਲੀ ਦਿੱਤੀ ਹੈ। ਤਾਂ ਉਹਦੇ ਨਾਲ ਇੱਕ ਪੈਰਲਰ ਅੰਕੜੀ ਸਟੱਡੀ ਇੱਕ ਡਾਕਟਰ ਬਲਵਿੰਦਰ ਸਿੱਧੂ ਹੋਰਾਂ ਨੇ ਵੀ ਕਰਾਈ ਸੀ। ਉਹਨਾਂ ਨੇ ਕਿਹਾ ਕਿ ਇਸੇ ਦੌਰਾਨ ਹੀ ਕਿਸਾਨਾਂ ਦਾ 17,245 ਕਰੋੜ ਰੁਪਇਆ ਲੱਗਿਆ ਹੈ, ਜਿਹੜਾ ਉਹਨਾਂ ਨੇ ਬੋਰਿੰਗ ਨਵੇਂ ਬੋਰ ਕਰਾਏ ਨੇ। ਹਰ 2-3 ਸਾਲ ਬਾਅਦ ਬੋਰ ਬਹਿ ਜਾਂਦਾ ਹੈ, ਫਿਰ ਡੂੰਘਾ ਕਰਾਉਣਾ ਪੈਂਦਾ ਹੈ। ਨਵੀਆਂ ਮੋਟਰਾਂ ਤੁਸੀਂ ਦੇਖੋ ਵੀ ਅੱਜ ਕਿਸੇ ਵੀ ਖੇਤਾਂ ਦੇ ਵਿੱਚ ਪਾਵਰਕਾਮ ਨੇ ਕਿਹਾ ਹੋਇਆ ਵੀ 20 ਤੋਂ ਉੱਪਰ ਦੀ ਮੋਟਰ ਨਹੀਂ ਲਗਾਣੀ, ਪਰ ਇਸ ਤੋਂ ਕਿਤੇ ਵੱਡੀਆਂ ਮੋਟਰਾਂ ਲੱਗੀਆਂ ਹੋਈਆਂ ਨੇ ਕਿਉਂਕਿ ਪਾਣੀ ਬਹੁਤ ਡੂੰਘਾ ਚਲਾ ਗਿਆ ਔਰ ਉਹਨੂੰ ਖਿੱਚਣ ਲਈ ਓਨੀ ਹਾਰਸ ਪਾਵਰ ਦੀ ਲੋੜ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਇੱਕ ਵਿਆਪਕ ਰੂਪ 'ਚ ਦੇਖਣ ਦੀ ਹੁਣ ਲੋੜ ਹੈ। ਅਦਰਵਾਈਜ਼ ਮੈਨੂੰ ਯਾਦ ਹੈ ਮਿਗਲਾਨੀ ਸਾਹਿਬ, ਅਰੁਣਜੀਤ ਮਿਗਲਾਨੀ ਜਿਹੜੇ ਇਹਦੇ ਗਰਾਊਂਡ ਵਾਟਰ ਅਥਾਰਟੀ ਦੇ ਸੈਕਟਰੀ ਵੀ ਬਣੇ ਸੀ, ਉਹਨਾਂ ਨੇ ਪੂਰੀ ਕੈਬਨਿਟ ਨੂੰ ਔਰ ਬਹੁਤ ਸਾਰੇ ਹੋਰ ਸੀਨੀਅਰ ਜਿਹੜੇ MLA ਸੀ ਉਹਨਾਂ ਨੂੰ ਇੱਕ ਪ੍ਰੈਜੈਂਟੇਸ਼ਨ ਵੀ ਦਿੱਤੀ ਸੀ ਗਰਾਊਂਡ ਵਾਟਰ ਦੇ ਉੱਤੇ। ਉਹਨਾਂ ਨੇ ਜਿਹੜੀ ਲਾਸਟ ਟਿੱਪਣੀ ਕੀਤੀ ਸੀ ਉਹ ਬਹੁਤ ਕਮਾਲ ਦੀ ਸੀ। ਉਹਨਾਂ ਨੇ ਕਿਹਾ ਵੀ ਜਿਹੜੇ ਇੱਥੇ ਬੈਠੇ ਨੇ ਮੈਨੂੰ ਪਤਾ ਹੈ ਸਾਰਿਆਂ ਕੋਲੇ ਬਹੁਤ ਵੱਡੇ ਵੱਡੇ ਭੂਖੰਡ ਹੈਗੇ ਨੇ, ਵੱਡੀਆਂ ਵੱਡੀਆਂ ਜ਼ਮੀਨਾਂ ਨੇ, ਪਰ ਔਰ ਬਹੁਤਿਆਂ ਕੋਲੇ ਫੈਕਟਰੀਆਂ ਵੀ ਲਾਈਆਂ ਹੋਈਆਂ ਨੇ, ਸਭ ਕੁਝ ਹੈਗਾ, ਪਰ ਜੇ ਥੱਲੇ ਪਾਣੀ ਨਾ ਰਿਹਾ ਤਾਂ ਇਹ ਬੰਜਰ ਹੋ ਜਾਣੀਆਂ ਨੇ, ਫੈਕਟਰੀਆਂ ਵੀ ਤਬਾਹ ਹੋ ਜਾਣੀਆਂ ਨੇ, ਇਹਨਾਂ ਦਾ ਕੋਈ ਫਾਇਦਾ ਨਹੀਂ ਹੋਊਗਾ। ਅੱਜ ਸੋਚਣ ਦੀ ਲੋੜ ਹੈ, ਪਰ ਉਹਨਾਂ ਦੀ ਉਸ ਟਿੱਪਣੀ ਨੂੰ ਵੀ ਅੱਜ 5 ਸਾਲ ਹੋ ਗਏ ਹੈ ਤੇ ਅਸੀਂ ਉਸ ਵੱਲ ਇੱਕ ਕਦਮ ਸਿਰਫ ਪੱਟਿਆ ਕਿ ਹਾਂ ਉਸ ਅਥਾਰਟੀ ਨੇ ਆਪਣੀ ਇੱਕ ਰਿਪੋਰਟ ਦਿੱਤੀ ਹੈ ਜੋ ਹਜੇ ਤੱਕ ਲਾਗੂ ਨਹੀਂ ਹੋਈ ਹੈ। ਕੱਲ ਭਾਸਕਰ ਸਾਹਿਬ ਕਿਸਾਨ ਜਥੇਬੰਦੀਆਂ ਰਾਮਲੀਲਾ ਮੈਦਾਨ ਤੇ ਸੀਗੀਆਂ, ਉਥੋਂ ਕੀ ਕੋਈ ਆਹਵਾਨ, ਕੋਈ ਪ੍ਰੋਗਰਾਮ ਦਿੱਤਾ ਗਿਆ? ਕਿਉਂਕਿ ਇਹ ਇੱਕ ਵਿਰੋਧ ਪ੍ਰਦਰਸ਼ਨ ਵੀ ਸੀਗਾ। ਜੀ ਬਿਲਕੁਲ, ਰਾਮਲੀਲਾ ਮੈਦਾਨ ਦੇ ਵਿੱਚ ਕੁਝ ਕਿਸਾਨ ਜਥੇਬੰਦੀਆਂ ਕੱਲ ਇਕੱਠੀ ਹੋਈ ਸੀ ਤੇ ਉੱਥੇ ਇੱਕ ਰੈਲੀ ਕਰਕੇ ਕਹਿ ਲਓ ਜਾਂ ਇੱਕ ਪ੍ਰੋਟੈਸਟ ਧਰਨਾ ਕਰਕੇ ਕਹਿ ਲਓ, ਉਹਨਾਂ ਨੇ ਸਰਕਾਰ ਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ। ਉਹ तमाम ਮੁੱਦੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਜਦ ਦਿੱਲੀ ਦੇ ਬਾਰਡਰਾਂ ਤੋਂ ਉੱਠੇ ਸੀਗੇ ਔਰ ਉਹਨਾਂ ਮੁੱਦਿਆਂ ਦੇ ਉੱਤੇ ਹੁਣ ਦੁਬਾਰਾ ਉਹ ਬੈਠਣਾ ਚਾਹੁੰਦੇ ਨੇ, ਯਾਨੀ ਅੰਦੋਲਨ ਕਰਨਾ ਚਾਹੁੰਦੇ ਨੇ। ਨਰਿੰਦਰ ਸਿੰਘ ਤੋਮਰ ਜਿਹੜੇ ਮੰਤਰੀ ਹੈਗੇ ਨੇ ਐਗਰੀਕਲਚਰ ਮਿਨਿਸਟਰ, ਉਹਨਾਂ ਨੂੰ ਇੱਕ ਕਿਸਾਨਾਂ ਦਾ ਡੈਲੀਗੇਸ਼ਨ ਮਿਲਿਆ ਵੀ ਉਹੀ ਮੰਗ ਪੱਤਰ ਜਿਹੜਾ ਸਾਲ 1.5 ਸਾਲ ਪਹਿਲੇ ਤੋਂ ਕਿਸਾਨਾਂ ਨੇ ਦਿੱਤਾ ਸੀਗਾ ਉਸ ਨੂੰ ਦੁਬਾਰਾ ਦੁਹਰਾਇਆ ਗਿਆ। MSP ਦੇ ਉੱਤੇ ਲੀਗਲ ਕਾਨੂੰਨ ਦੀ ਗਾਰੰਟੀ ਔਰ ਉਸ ਤੋਂ ਇਲਾਵਾ ਕਿਸਾਨਾਂ ਦੇ ਉੱਤੇ ਜਿਹੜੇ ਕੇਸ ਦਰਜ ਕੀਤੇ ਗਏ ਸੀ ਉਹ ਹਜੇ ਤੱਕ ਵਾਪਸ ਨਹੀਂ ਹੋਏ। ਉਹਨਾਂ तमाम ਮੁੱਦਿਆਂ ਦੇ ਉੱਤੇ ਨਰਿੰਦਰ ਸਿੰਘ ਤੋਮਰ ਉਹਨਾਂ ਨੇ ਐਸ਼ੋਰੈਂਸ ਤੇ ਦਿੱਤੀ ਕਿ ਆਉਣ ਵਾਲੇ ਟਾਈਮ ਵਿੱਚ ਤੁਹਾਡੇ ਇਹਨਾਂ तमाम ਮੁੱਦਿਆਂ ਦੇ ਉੱਤੇ ਅਸੀਂ ਕੁਝ ਨਾ ਕੁਝ ਕਰਦੇ ਹੋਏ ਨਜ਼ਰ ਆਵਾਂਗੇ। ਪਰ ਕੀ ਹੁੰਦਾ ਕੀ ਨਹੀਂ ਹੁੰਦਾ, ਪਰ ਇੱਕ ਵਾਰਨਿੰਗ ਫਿਰ ਇੱਕ ਵਾਰ ਕਿਸਾਨਾਂ ਨੇ ਦੇ ਦਿੱਤੀ ਹੈ। ਡਾਕਟਰ ਦਰਸ਼ਨਪਾਲ ਉਹਨਾਂ ਨੇ ਇਸ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਵੀ ਇੱਕ ਬਿਆਨ ਦਿੱਤਾ ਜਿਹਦੇ ਵਿੱਚ ਕਿਹਾ ਕਿ ਜੇ ਛੇਤੀ ਕਿਤੇ ਕੇਂਦਰ ਸਰਕਾਰ ਨੇ ਸਾਡੀ ਉਹਨਾਂ ਮੰਗਾਂ ਦੇ ਉੱਤੇ, ਉਹ ਮੰਗਾਂ ਵੀ ਨਹੀਂ, ਉਹ ਤੇ ਬੇਸਿਕਲੀ ਸਰਕਾਰ ਨੇ ਐਕਸੈਪਟ ਕਰ ਲਈ ਸੀ, ਹਜੇ ਤੱਕ ਉਹਨਾਂ ਐਕਸੈਪਟਡ ਮੰਗਾਂ ਨੂੰ ਵੀ ਪੂਰਾ ਨਹੀਂ ਕੀਤਾ। ਜੇ ਅੱਗੇ ਤੁਰਦੀ ਨਹੀਂ ਨਜ਼ਰ ਆਉਂਦੀ ਤੇ ਫਿਰ ਇੱਕ ਵਾਰ ਦਿੱਲੀ ਦੇ ਬਾਰਡਰਾਂ ਦੇ ਉੱਤੇ ਸਾਨੂੰ ਬਹਿਣਾ ਪੈ ਸਕਦਾ। ਭਾਸਕਰ ਸਾਹਿਬ, ਅਗਲੀ ਖਬਰ ਵੀ ਜੇ ਨਾਲ ਲੈ ਲਓ ਤਾਂ ਵਧੀਆ ਰਹੂਗਾ ਕਿ ਸੁਪਰੀਮ ਕੋਰਟ ਦੇ ਵਿੱਚ ਕਵਰ ਲਿਫਾਫਿਆਂ ਨੂੰ ਮਨਾ ਕਰਤਾ ਗਿਆ। ਕਹਿੰਦੇ ਨਹੀਂ ਤੁਸੀਂ ਆਉਣਾ ਖੁੱਲੇ ਚਾਓ, ਤੇ ਇਹੀ ਮਾਮਲਾ ਹਾਈ ਕੋਰਟ 'ਚ ਵੀ ਫਸਿਆ ਹੋਇਆ। ਮੇਰੇ ਖਿਆਲ ਤਰੀਕ ਵੀ ਨੇੜੇ ਤੇੜੇ ਹੀ ਪਈ ਹੋਈ ਹੈ, ਹੁਣ ਆਉਣ ਵਾਲੀ ਹੈ। ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕਈ ਮੁੱਦੇ ਇਨਐਡਵਰਟੈਂਟਲੀ ਕਹਿ ਲਓ, ਜਾਣਬੁੱਝ ਕੇ ਨਹੀਂ, ਉਹ ਸਾਰੇ ਮੁੱਦੇ ਉਠੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਪੰਜਾਬ ਦੇ ਵਿੱਚ ਰਫੜ ਪਿਆ ਹੋਇਆ ਸੀਗਾ। ਯਾਦ ਕਰੋ ਗਵਰਨਰ ਦੇ ਮੁੱਦੇ ਦੇ ਉੱਤੇ, ਕਿਉਂਕਿ ਗਵਰਨਰ ਸਾਹਿਬ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਚਿੱਠੋ ਚਿੱਠੀ ਹੋ ਰਹੇ ਸੀਗੇ। ਉਹਨਾਂ ਦਿਨਾਂ ਦੇ ਵਿੱਚ ਹੀ ਸੁਪਰੀਮ ਕੋਰਟ ਦਾ ਮਹਾਰਾਸ਼ਟਰ ਦੇ ਗਵਰਨਰ ਦੇ ਬਾਰੇ ਵਿੱਚ ਇੱਕ ਆਰਡਰ ਆਇਆ ਕਿ ਵੀ ਨਹੀਂ, ਗਵਰਨਰ ਪੋਲੀਟੀਕਲੀ ਐਕਟ ਨਹੀਂ ਕਰ ਸਕਦੇ, ਪਰ ਉਹਨੂੰ ਪੰਜਾਬੀਆਂ ਨੇ ਆਪਣੇ ਤੌਰ ਤੇ ਦੇਖਿਆ ਵੀ ਸਾਡੇ ਵਾਲੇ ਨੂੰ ਸੁਣਾਇਆ ਉੱਥੇ ਸੀਗਾ। ਫਿਰ ਕੱਲ ਵੀ ਅਸੀਂ ਇੱਕ ਖਬਰ ਡਿਸਕਸ ਕੀਤੀ ਸੀ ਕਿ ਇੱਕ ਐਕਿਊਜ਼ ਜਾਂ ਕੋ ਐਕਿਊਜ਼ ਜਿਹੜਾ ਸੇਮ ਕੇਸ ਦੇ ਵਿੱਚ ਬੁੱਕ ਹੈ, ਉਹ ਦੂਜੇ ਐਕਿਊਜ਼ ਨੂੰ ਬੇਲ ਮਿਲਣ ਤੋਂ ਬਾਅਦ ਆਪਣੀ ਬੇਲ ਦੇ ਵਾਸਤੇ ਕੋਈ ਰਾਈਟ ਨਹੀਂ ਰੱਖ ਸਕਦਾ।
ਉਹ ਵੀ ਸਾਡੇ ਸੁਖਬੀਰ ਸਿੰਘ ਬਾਦਲ ਜਾਂ ਸੁਮੇਧ ਸਿੰਘ ਸੈਣੀ ਉਹਨਾਂ ਦੇ ਉਸ ਕੇਸ ਤੋਂ ਆਟੋਮੈਟਿਕਲੀ ਕੋਰਿਲੇਟ ਹੋ ਗਿਆ ਕਿ ਵੀ ਇੱਥੇ ਇਹ ਨਹੀਂ ਹੈ ਕਿ ਵੀ ਸੁਖਬੀਰ ਸਿੰਘ ਬਾਦਲ ਉਹ ਬਲੈਂਕਟ ਵਾਲੀ ਬੇਲ ਮੰਗਣੀ ਸ਼ੁਰੂ ਕਰ ਦੇਣਗੇ। ਹੁਣ ਤੀਜਾ ਕੇਸ ਜਿਹੜਾ ਅੱਜ ਭਾਵੇਂ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ 1 ਰੈਂਕ 1 ਪੈਨਸ਼ਨ ਦੀ ਸੀਗੀ, ਉਹਦੇ ਉੱਤੇ ਜਿਹੜੇ ਅਟਾਰਨੀ ਜਨਰਲ ਨੇ ਦੇਸ਼ ਦੇ ਵੈਂਕਟ ਰਮਨੀ ਜੀ, ਉਹਨਾਂ ਨੇ ਇੱਕ ਬੰਦ ਲਿਫਾਫਾ ਜਿਹਾ ਜੱਜ ਸਾਹਿਬ ਨੂੰ ਅੱਗੇ ਕੀਤਾ ਕਿ ਜੀ ਇਹਦੇ ਵਿੱਚ ਹੈਗਾ ਕਿ ਅਸੀਂ ਕਦੋਂ ਦੇਵਾਂਗੇ, ਸਾਨੂੰ ਦਿੱਕਤ ਕੀ ਹੈ, ਅਸੀਂ ਕਿਉਂ ਨਹੀਂ ਦੇ ਸਕਦੇ 1 ਰੈਂਕ 1 ਪੈਨਸ਼ਨ। ਉਹਨਾਂ ਨੇ ਜੱਜ ਸਾਹਿਬ ਨੇ ਨਾਲ ਹੀ ਕਹਿਤਾ ਨਾ ਇਹ ਨਹੀਂ ਚੱਲੂਗਾ, ਇਹ ਖੋਲ ਕੇ ਦੋ ਲਿਫਾਫਾ। ਇਹ ਬੰਦ ਲਿਫਾਫਿਆਂ ਦਾ ਕਲਚਰ ਕੀ ਹੈ? ਹੁਣ ਅੱਗੇ ਤੋਂ ਸਾਨੂੰ ਕੋਈ ਵੀ ਚੀਜ਼ ਬੰਦ ਲਿਫਾਫੇ ਦੇ ਵਿੱਚ ਨਹੀਂ ਦੇਣੀ। ਜਿਹੜੇ ਆਪਣੇ ਰਾਈਟਸ ਦੀ ਮੰਗ ਕਰ ਰਹੇ ਨੇ ਉਹਨਾਂ ਨੂੰ ਆਪਾਂ ਕੀ ਜਵਾਬ ਦਈਏ? ਆ ਬੰਦ ਲਿਫਾਫਿਆਂ ਦੇ ਵਿੱਚ ਤੁਸੀਂ ਆਪਣਾ ਵਰਸ਼ਨ ਦੇ ਰਹੇ ਹੋ, ਬੰਦ ਦੇ ਕਿਉਂ ਰਹੇ ਹੋ? ਇਹ ਵੀ ਸਾਡੇ ਪੰਜਾਬ ਦੇ ਨਾਲ ਆਟੋਮੈਟਿਕ ਲਿੰਕ ਹੋ ਜਾਂਦਾ, ਉਹ ਵੀ ਤਦ ਜਦ 27 ਮਾਰਚ ਨੂੰ ਉਹ ਬੰਦ ਲਿਫਾਫਿਆਂ ਦਾ ਜ਼ਿਕਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਵਾਰ ਦੁਬਾਰਾ ਹੋਣ ਲੱਗਿਆ। ਜਿਹੜੇ ਡਰੱਗ ਦੇ ਮੁੱਦੇ ਦੇ ਉੱਤੇ ਸੀਗੇ ਉਹ 3 4 5 ਰਿਪੋਰਟਾਂ ਉਹਨਾਂ ਦੀ ਖੁੱਲਣ ਦੀ ਉਮੀਦ ਹੈ। ਔਰ ਬਲਵਿੰਦਰ ਸੇਖੋਂ ਨਾ ਜਿਹੜੇ ਬੰਦ ਲਿਫਾਫਿਆਂ ਦੇ ਚੱਕਰ ਵਿੱਚ ਜੇਲ੍ਹ ਵਿੱਚ ਬੰਦ ਹੋ ਗਏ, ਉਹ ਵੀ ਸੁਪਰੀਮ ਕੋਰਟ ਦੇ ਇਸ ਆਰਡਰ ਨੂੰ ਸੁਣਨਗੇ ਤੇ ਮਾੜੀ ਮੋਟੀ ਜੀ ਇੱਕ ਮਾਨਸਿਕ ਰਾਹਤ ਉਹਨਾਂ ਨੂੰ ਵੀ ਮਿਲੇਗੀ। ਗੁਰਦਾਸ ਮਾਨ ਦਾ ਗੀਤ ਹੈ ਨਾ, ਮੁੱਠੀ ਬੰਦ ਰਵੇ ਚੰਗੀ ਹੈ, ਉਹ ਦੁਬਾਰਾ ਇੱਕ ਵਾਰੀ ਸੁਣਾਂਗਾ। ਅੱਜ ਮੈਂ ਹੁਣ ਪੂਰਾ ਜਿਹਾ ਯਾਦ ਨਹੀਂ ਆਉਂਦਾ ਤੇ ਆਪਾਂ ਹੁਣ ਮੇਰੇ ਖਿਆਲ ਵਿਰਾਮ ਦਈਏ। ਕੋਈ ਇੰਦਰਪ੍ਰੀਤ ਜੀ ਗੱਲ ਤਾਂ ਨਹੀਂ ਕਰਨੀ ਫਿਰ, ਨਹੀਂ ਤੇ ਲਈਏ ਛੁੱਟੀ। ਬਹੁਤ ਮਿਹਰਬਾਨੀ। ਬਿਲਕੁਲ ਬਿਲਕੁਲ।